हेलो एवरीवन वेलकम बैक वंस अगेन। ਅੱਜ ਆਪਣੀ ਮਾਸਟਰ ਕਲਾਸ ਏਡੀਪੀ ਫॉर ਪੀਐਸ ਟੈਟ ਦੀ 5th ਕਲਾਸ ਹੈਗੀ ਹੈ ਜੀ। ਜਿਨ੍ਹਾਂ ਸਟੂਡੈਂਟ ਨੇ ਹੁਣ ਤੱਕ ਟੈਲੀਗ੍ਰਾਮ ਨੂੰ ਨਹੀਂ ਜੁਆਇਨ ਕੀਤਾ ਜਰੂਰ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ, ਜੋ ਹੈ ਜੀ smile_learning_12 ਤਾਂ ਜੋ ਤੁਹਾਨੂੰ ਇਹ ਵੀਡੀਓ ਦੀ ਪੀਡੀਐਫ ਜਿਹੜੀ ਕਿ ਇਸ ਤੇ ਮਿਲ ਸਕੇ। ਅਗਰ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗ ਰਹੀਆਂ ਹੈਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹੁਣ ਤੱਕ ਦੇ ਜਿੰਨੇ ਵੀ ਪੁਰਾਣੇ ਸਟੂਡੈਂਟ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਤੇ ਮਿਲਦੀ ਰਹੇ। ਤਾਂ ਚਲਿਏ ਜੀ ਡਿਸਕਸ ਕਰਦੇ ਹਾਂ ਜੀ। ਅੱਜ ਦਾ ਆਪਣਾ ਫਰਸਟ ਕੁਐਸਚਨ ਹੈ, ਕ੍ਰਿਸਟੀਨਾ ਨੇ ਇੱਕ ਖੇਤਰੀ ਯਾਤਰਾ ਲਈ ਆਪਣੀ ਕਲਾਸ ਲਈ ਅਤੇ ਵਾਪਸ ਆਉਣ ਤੋਂ ਬਾਅਦ ਉਸਨੇ ਆਪਣੇ ਵਿਦਿਆਰਥੀਆਂ ਨਾਲ ਯਾਤਰਾ ਬਾਰੇ ਚਰਚਾ ਕੀਤੀ। ਇਸ ਨੂੰ ਇਹ ਸਿੱਖਣ ਲਈ ਮੁਲਾਂਕਣ ਲਈ ਨੋਟ ਕਰ ਸਕਦੀ ਹੈ। Christina took her class for a field trip and after coming back, she discussed the trip with her students. It may be co-noted as यानी कि इकट्ठा ही ਵਿੱਚ ਸਪੇਸ ਆ ਗਈ। ਕੀ ਹੈ ਕਿ ਕ੍ਰਿਸਟੀਨਾ ਨੇ ਜਿਹੜੀ ਕਿ ਇੱਕ ਖੇਤਰੀ ਯਾਤਰਾ ਲਈ ਹੈ, ਠੀਕ ਹੈ, ਬੱਚਿਆਂ ਦੀ ਫੀਲਡ ਟ੍ਰਿਪ ਤੋਂ ਬਾਅਦ ਉਸਨੇ ਇੱਕ ਕਲਾਸ ਲਈ ਜਿਹਦੇ ਵਿੱਚ ਉਸਨੇ ਵਿਦਿਆਰਥੀਆਂ ਤੋਂ ਯਾਤਰਾ ਬਾਰੇ ਚਰਚਾ ਕੀਤੀ, ਯਾਨੀ ਕਿ ਵਿਦਿਆਰਥੀਆਂ ਦੇ ਨਾਲ ਚਰਚਾ ਕੀਤੀ, ਡਿਸਕਸ ਕੀਤਾ ਕਿ ਤੁਸੀਂ ਟ੍ਰਿਪ ਦੇ ਦੌਰਾਨ ਕੀ ਕੁਝ ਦੇਖਿਆ। ਉਹ ਇਹ ਕਿਹੜਾ ਸਿੱਖਣ ਦਾ ਮੁਲਾਂਕਣ ਵਿੱਚ ਉਹ ਕੀ ਚੀਜ਼ ਨੋਟ ਕਰ ਰਹੀ ਹੈ। ਕੁਐਸਚਨ ਦਾ ਮਤਲਬ ਇਹ ਹੈਗਾ, ਇਹ ਆਪਸ਼ਨ ਹੈ ਜੀ, ਦੇਖ ਲੈਂਦੇ ਆ ਕਿ ਸਿੱਖਣ ਦਾ ਆਂਕਲਨ ਹੈ ਯਾਨੀ ਕਿ ਅਸੈਸਮੈਂਟ ਆਫ ਲਰਨਿੰਗ ਹੈ। ਬੀ ਹੈ ਸਿੱਖਣ ਲਈ ਆਂਕਲਨ ਹੈ ਯਾਨੀ ਕਿ ਅਸੈਸਮੈਂਟ ਫॉर ਲਰਨਿੰਗ। ਸੀ ਹੈ ਆਂਕਲਨ ਲਈ ਸਿੱਖਣਾ ਯਾਨੀ ਕਿ ਲਰਨਿੰਗ ਫॉर ਅਸੈਸਮੈਂਟ। ਡੀ ਹੈ ਆਂਕਲਨ ਦਾ ਸਿੱਖਣਾ ਲਰਨਿੰਗ ਆਫ ਅਸੈਸਮੈਂਟ। ਪਹਿਲੀ ਗੱਲ ਤਾਂ ਆਪਾਂ ਦੇਖ ਲੈਂਦੇ ਹਾਂ ਕਿ ਜਿਹੜੀ ਲਾਸਟ ਆਪਸ਼ਨ ਹੈਗੀਆਂ ਸੀ ਤੇ ਡੀ, ਇਹ ਦੋਵੇਂ ਹੀ ਆਪਸ਼ਨਾਂ ਰੋਂਗ ਆ। ਇਹੋ ਜਿਹੀ ਕੋਈ ਵੀ ਲਰਨਿੰਗ ਪਹਿਲਾਂ ਕਦੇ ਨਹੀਂ ਆਂਦੀ। ਹੁਣ ਆਪਾਂ ਦੇਖਾਂਗੇ ਕੁਐਸਚਨ ਨੂੰ, ਸਮਝਾਂਗੇ ਕਿ ਇਸ ਦਾ ਰਾਈਟ ਆਨਸਰ ਕੀ ਹੋਊਗਾ। ਦੇਖੋ, ਉਸਨੇ ਜਿਹੜਾ ਕਿ ਬੱਚਿਆਂ ਨੂੰ ਜਦੋਂ ਟ੍ਰਿਪ ਤੇ ਬੱਚੇ ਗਏ ਉਸ ਤੋਂ ਬਾਅਦ ਉਸਨੇ ਇੱਕ ਖੇਤਰੀ ਜਿਹੜੀ ਯਾਤਰਾ ਲਈ ਇੱਕ ਕਲਾਸ ਲਈ ਤੇ ਉਹਦੇ ਵਿੱਚ ਬੱਚਿਆਂ ਨੂੰ ਯਾਤਰਾ ਬਾਰੇ ਚਰਚਾ ਬਾਰੇ ਪੁੱਛਿਆ, ਹਨਾ। ਬੱਚੇ ਆਲਰੇਡੀ ਫੀਲਡ ਦੇ ਟ੍ਰਿਪ ਤੋਂ ਜਾ ਕੇ ਆ ਚੁੱਕੇ ਆ। ਫੀਲਡ ਦੇ ਟ੍ਰਿਪ ਤੋਂ ਜਾਣ ਤੋਂ ਬਾਅਦ ਕਲਾਸ ਦੇ ਵਿੱਚ ਕ੍ਰਿਸਟੀਨਾ ਦੁਆਰਾ, ਜਾਣੀ ਕਿ ਜਿਹੜੀ ਉਹਨਾਂ ਦੀ ਟੀਚਰ ਦਾ ਨਾਮ ਆ, ਉਹਦੇ ਦੁਆਰਾ ਜਿਹੜਾ ਕੀ ਆ ਬੱਚਿਆਂ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਯਾਤਰਾ ਦੇ ਦੌਰਾਨ ਕੀ ਕੁਝ ਕੀਤਾ, ਹਨਾ। ਤਾਂ ਇਹ ਕਿਹੋ ਜਿਹੀ ਅਸੈਸਮੈਂਟ ਹੋਗੀ, ਕਿਹੜੀ ਅਸੈਸਮੈਂਟ ਆ, ਕਿਹੜਾ ਮੁਲਾਂਕਣ ਆ। ਜੇਕਰ ਇਸ ਦਾ ਰਾਈਟ ਆਨਸਰ ਮੈਂ ਕਹਾਂ ਉਹ ਹੈ ਜੀ ਏ, ਸਿੱਖਣ ਦਾ ਆਂਕਲਨ, ਕਿਉਂਕਿ ਜਿਹੜੀ ਕੀ ਆ ਲਰਨਿੰਗ ਹੋ ਚੁੱਕੀ ਹੈ। ਅਸੈਸਮੈਂਟ ਫॉर ਲਰਨਿੰਗ ਕੀ ਹੁੰਦੀ ਹੈ, ਜਦੋਂ ਜੇਕਰ ਉਹ ਟ੍ਰਿਪ ਦੇ ਵਿੱਚ ਨਾਲ ਗੱਲ ਕਰਦੀ ਹੁੰਦੀ, ਟ੍ਰਿਪ ਵੀ ਚੱਲ ਰਿਹਾ ਹੈਗਾ, ਵਿੱਚ ਉਹ ਗੱਲ ਕਰ ਰਹੀ ਹੈ, ਸਟੂਡੈਂਟ ਤੋਂ ਪੁੱਛ ਰਹੀ ਹੈ ਕਿ ਤੁਸੀਂ ਕਿਸ ਤਰੀਕੇ ਦਾ ਅਨੁਭਵ ਕਰ ਰਹੇ ਹੋ ਜਾਂ ਤੁਸੀਂ ਕੀ ਚੀਜ਼ਾਂ ਨੋਟ ਕਰ ਰਹੇ ਆ। ਜਿਹੜੀ ਚੀਜ਼ ਕੰਮ ਦੇ ਦੌਰਾਨ ਚੱਲ ਰਹੀ ਆ ਉਹ ਹੋ ਗਈ ਅਸੈਸਮੈਂਟ ਫॉर ਲਰਨਿੰਗ। ਜੋ ਚੀਜ਼ ਕੰਮ ਹੋਣ ਤੋਂ ਬਾਅਦ ਟ੍ਰਿਪ ਉਹਨਾਂ ਦਾ ਖਤਮ ਹੋ ਚੁੱਕਿਆ, ਕਲਾਸ ਦੇ ਵਿੱਚ ਉਹ ਟ੍ਰਿਪ ਬਾਰੇ ਡਿਸਕਸ ਕਰ ਰਹੇ ਆ, ਤਾਂ ਫਿਰ ਉਹ ਕੀ ਹੋਊਗਾ ਜੀ, ਸਿੱਖਣ ਦਾ ਆਂਕਲਨ ਹੋਊਗਾ, ਯਾਨੀ ਕਿ ਅਸੈਸਮੈਂਟ ਆਫ ਹੋਗੀ। ਹੁਣ ਇਹਦੇ ਬਾਰੇ ਵੀ ਮੈਂ ਥੋੜਾ ਤੁਹਾਨੂੰ ਡਿਸਕਸ ਕਰ ਦਿੰਦੀ ਹਾਂ। ਵੈਸੇ ਤਾਂ ਮੈਂ ਤੁਹਾਨੂੰ ਇਹ ਚੀਜ਼ ਕਲੀਅਰ ਕਰ ਚੁੱਕੀ ਹਾਂ। ਅਸੈਸਮੈਂਟ ਆਫ ਲਰਨਿੰਗ ਦਾ ਮਤਲਬ ਹੁੰਦਾ ਹੈ ਆਫਟਰ ਇੰਸਟਰਕਸ਼ਨ, ਠੀਕ ਹੈ, ਜਿਹੜੀ ਚੀਜ਼ ਜਿਹੜੀ ਕੀ ਹੈ ਖਤਮ ਹੋ ਚੁੱਕੀ ਹੋਵੇ। ਆਫਟਰ ਇੰਸਟਰਕਸ਼ਨ, ਟ੍ਰਿਪ ਤੋਂ ਬਾਅਦ ਉਹ ਆ ਚੁੱਕੇ ਆ, ਕਲਾਸ ਦੇ ਵਿੱਚ ਇਸ ਚੀਜ਼ ਬਾਰੇ ਡਿਸਕਸ ਕਰ ਰਹੇ ਆ, ਯਾਨੀ ਕਿ ਉਹ ਚੀਜ਼ ਖਤਮ ਹੋ ਗਈ ਹੈ। ਉਸ ਤੋਂ ਬਾਅਦ ਚੀਜ਼ ਜਿਹੜੀ ਡਿਸਕਸ ਕਰਾਂਗੇ ਆਫਟਰ, ਤਾਂ ਉਹ ਹੋ ਗਈ ਦਾ, ਯਾਨੀ ਕਿ ਅਸੈਸਮੈਂਟ ਆਫ ਲਰਨਿੰਗ। ਡਿਊਰਿੰਗ, ਉਸੇ ਦੌਰਾਨ ਜੇਕਰ ਉਹ ਗੱਲ ਕਰ ਰਹੀ ਹੁੰਦੀ ਤਾਂ ਉਹ ਹੁੰਦੀ ਅਸੈਸਮੈਂਟ ਫॉर ਲਰਨਿੰਗ, ਠੀਕ ਹੈ। ਡਿਊਰਿੰਗ ਦਾ ਇੰਸਟਰਕਸ਼ਨ ਹੁੰਦਾ ਤਾਂ ਅਸੈਸਮੈਂਟ ਫॉर ਲਰਨਿੰਗ। ਦੋਵਾਂ ਵਿੱਚ ਤੁਹਾਨੂੰ ਜਿਹੜਾ ਕੀ ਆ ਫਰਕ ਪਤਾ ਲੱਗ ਗਿਆ ਹੋਗਾ। ਮੋਸਟ ਇੰਪੋਰਟੈਂਟ ਕੁਐਸਚਨ ਆ ਅਸੈਸਮੈਂਟ ਆਫ ਲਰਨਿੰਗ ਤੇ ਅਸੈਸਮੈਂਟ ਫॉर ਲਰਨਿੰਗ ਦੇ ਉੱਪਰ। ਜੋ ਵੀ ਹੁਣ ਸੀਟੈਟ ਦੇ ਐਗਜ਼ਾਮ ਹੋ ਰਹੇ ਆ ਉਸ ਦੇ ਵਿੱਚ ਹਰ ਐਗਜ਼ਾਮ ਦੇ ਵਿੱਚ ਅਸੈਸਮੈਂਟ ਦੇ ਰਿਲੇਟਡ ਕੁਐਸਚਨ ਜ਼ਰੂਰ ਆਉਂਦਾ ਹੈ। ਇਸੇ ਲਈ ਇਹ ਟੌਪਿਕ ਬਹੁਤ ਇੰਪੋਰਟੈਂਟ ਆ। ਇਸ ਲਈ ਮੈਂ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਕਿ ਡਿਸਕਸ ਕੀਤਾ ਤਾਂ ਜੋ ਤੁਸੀਂ ਇਸ ਚੀਜ਼ ਨੂੰ ਕਲੀਅਰ ਕਰ ਸਕੋ ਕਿ ਅਸੈਸਮੈਂਟ ਆਫ ਲਰਨਿੰਗ ਕੀ ਹੁੰਦੀ ਹੈ ਤੇ ਅਸੈਸਮੈਂਟ ਫॉर ਲਰਨਿੰਗ ਕੀ। ਅਗਲਾ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਸਿੱਖਣ ਨਾਲ ਸੰਬੰਧਿਤ ਵਿਦਿਆਰਥੀ ਦੀਆਂ ਸਮੱਸਿਆ ਦਾ ਸਭ ਤੋਂ ਵਧੀਆ ਉਪਾਅ ਕੀ ਹੈ। The best remedy of the student's problem related with the learning is A. ਸਖਤ ਮਿਹਨਤ ਲਈ ਸੁਝਾਅ ਦੇਣਾ, ਯਾਨੀ ਕਿ ਸੁਜੈਸ਼ਨ ਫॉर ਹਾਰਡ ਵਰਕ। B. ਲਾਇਬ੍ਰੇਰੀ ਵਿੱਚ ਨਿਰੀਖਣ ਕੀਤਾ ਅਧਿਐਨ, ਸੁਪਰਵਾਈਜ਼ਡ ਸਟੱਡੀ ਇਨ ਲਾਇਬ੍ਰੇਰੀ। C. ਵਿਦਿਆਰਥੀ ਪ੍ਰਾਪਤੀ ਪੱਧਰ ਟੈਸਟ, ਯਾਨੀ ਕਿ ਸਟੂਡੈਂਟ ਅਚੀਵਮੈਂਟ ਲੈਵਲ। D. ਡਾਇਗਨੋਸਟਿਕ ਟੀਚਿੰਗ, ਯਾਨੀ ਕਿ ਇੰਗਲਿਸ਼ ਵਿੱਚ ਵੀ ਡਾਇਗਨੋਸਟਿਕ ਟੀਚਿੰਗ ਹੀ ਹੈ। ਦੇਖੋ ਕੀ ਹੈ, ਸਿੱਖਣ ਨਾਲ ਸੰਬੰਧੀ ਵਿਦਿਆਰਥੀ ਦੀ ਸਮੱਸਿਆ ਦਾ ਸਭ ਤੋਂ ਵਧੀਆ ਧਿਆਨ ਕੀ ਹੈ। ਬੱਚਾ ਸਿੱਖ ਰਿਹਾ,
ਉਸਨੂੰ ਸਮੱਸਿਆਵਾਂ ਆ ਰਹੀਆਂ, ਤਾਂ ਅਸੀਂ ਰੈਮੇਡੀ ਦੇ ਵਿੱਚੋਂ ਪ੍ਰੋਬਲਮ ਨਾਲ ਰਿਲੇਟਡ ਕੀ ਕਰਾਂਗੇ, ਕਿਸ ਤਰੀਕੇ ਨਾਲ ਕਰਾਂਗੇ। ਇਹ ਆਪਸ਼ਨ ਜੇਕਰ ਆਪਾਂ ਗੱਲ ਕਰਦੇ ਸਖਤ ਮਿਹਨਤ ਲਈ ਸੁਝਾਅ ਦੇਣਾ, ਠੀਕ ਹੈ, ਹਾਰਡ ਵਰਕ ਲਈ ਸੁਜੈਸ਼ਨ ਦੇਣਾ, ਤਾਂ ਇਸ ਦੇ ਵਿੱਚ ਫਿਰ ਤੁਸੀਂ ਤਾਂ ਕੋਈ ਵੀ ਬੱਚੇ ਨੂੰ ਗਾਈਡੈਂਸ ਹੀ ਨਹੀਂ ਦੇ ਰਹੇ, ਤਾਂ ਇਹ ਤਾਂ ਸਖਤ ਮਿਹਨਤ ਵਰਗੇ, ਸਖਤ ਵਰਗੇ, ਪਨਿਸ਼ਮੈਂਟ ਵਰਗੇ ਜੇ ਵਰਡ ਤਾਂ ਆਪਾਂ ਯੂਜ਼ ਕਰਨੇ ਨਹੀਂ, ਇਸ ਲਈ ਇਹ ਰੋਂਗ। ਨੈਕਸਟ ਜੇਕਰ ਆਪਾਂ ਗੱਲ ਕਰੀਏ ਕਿ ਉਸਨੂੰ ਲਾਇਬ੍ਰੇਰੀ ਵਿੱਚ ਨਿਰੀਖਣ ਕੀਤਾ ਗਿਆ ਧਿਆਨ, ਜਾ ਕੇ ਉਹਨੂੰ ਇਹ ਕਹੀਏ ਵੀ ਤੂੰ ਲਾਇਬ੍ਰੇਰੀ ਵਿੱਚ ਜਾ ਕੇ ਆਪਣੇ ਆਪ ਦਾ ਹੀ ਆਪਾਂ ਕਹਿ ਸਕਦੇ ਹਾਂ ਉਸ ਚੀਜ਼ ਨੂੰ ਨਿਰੀਖਣ ਕਰਨਾ ਹੈ ਕਿ ਤੈਨੂੰ ਕਿਸ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਆਪਣੇ ਆਪ ਨੂੰ, ਫਿਰ ਤਾਂ ਉਹ ਆਪਣੇ ਆਪ ਨੂੰ ਹੀ ਦੇਖ ਲੂਗਾ ਕਿ ਉਹਨੂੰ ਕਿੱਥੇ ਪ੍ਰੋਬਲਮ ਆ ਰਹੀ, ਉਸਨੂੰ ਗਾਈਡੈਂਸ ਦੀ ਲੋੜ ਹੀ ਨਹੀਂ। ਇਸ ਦੇ ਵਿੱਚ ਵੀ ਆਪਾਂ ਕਿਸੇ ਤਰ੍ਹਾਂ ਦੀ ਬੱਚਿਆਂ ਦੀ ਸਮੱਸਿਆ ਦਾ ਕੋਈ ਹੱਲ ਹੀ ਨਹੀਂ ਕਰ ਪਾ ਰਹੇ। ਦੂਸਰਾ ਸੀ ਆਪਸ਼ਨ ਜੇਕਰ ਆਪਾਂ ਕਹੀਏ ਕਿ ਸਟੂਡੈਂਟ ਅਚੀਵਮੈਂਟ ਲੈਵਲ, ਕਾਫੀ ਹੱਦ ਤੱਕ ਸਹੀ ਹੈ ਕਿ ਉਸਦਾ ਇੱਕ ਪੱਧਰ ਟੈਸਟ ਲਿਆ ਜਾਵੇ, ਉਹਦਾ ਅਚੀਵਮੈਂਟ ਟੈਸਟ ਜਿਹੜਾ ਲਿਆ ਜਾਵੇ ਜਿਸ ਤੋਂ ਸਾਨੂੰ ਕਲੀਅਰ ਹੋ ਸਕੇ, ਠੀਕ ਹੈ। ਡੀ ਹੈ ਜੀ ਡਾਇਗਨੋਸਟਿਕ ਟੀਚਿੰਗ। ਹੁਣ ਕਾਫੀ ਸਾਰੇ ਸਟੂਡੈਂਟ ਇੱਥੇ ਉਲਝ ਗਏ ਹੋਣਗੇ ਕਿ ਡਾਇਗਨੋਸਟਿਕ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਕਿਸੇ ਅਗਰ ਬੱਚੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦੇ ਵਿੱਚ ਆਪਾਂ ਉਸਦਾ ਕਾਰਨ ਪਤਾ ਲਾ ਕੇ ਫਿਰ ਜਿਹੜਾ ਕਿ ਉਹਨੂੰ ਰੈਮੀਡੀਅਲ ਦੇ ਸਕਦੇ ਹੋ। ਬਟ ਕੁਐਸਚਨ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਨੇ ਕਿਹਾ ਬੈਸਟ ਰੈਮੇਡੀ ਕਿਹੜੀ ਹੋਊਗੀ, ਯਾਨੀ ਕਿ ਉਹਨੂੰ ਕਾਰਨ ਤਾਂ ਪਤਾ ਲੱਗ ਗਿਆ। ਡਾਇਗਨੋਸਟਿਕ ਦਾ ਮਤਲਬ ਕੀ ਹੈ, ਸਮੱਸਿਆ ਦਾ ਕਾਰਨ ਪਤਾ ਕਰਨਾ, ਠੀਕ ਹੈ। ਇਸੇ ਕਰਕੇ ਇਹ ਆਪਸ਼ਨ ਜਿਹੜੀ ਕਿ ਰੋਂਗ ਬਣ ਜਾਂਦੀ ਹੈ। ਹੁਣ ਸਮੱਸਿਆ ਨੂੰ ਦੂਰ ਕਰਨ ਦਾ ਜਾਂ ਸਭ ਤੋਂ ਵਧੀਆ ਉਪਾਅ ਕੀ ਹੋਊਗਾ, ਰੈਮੇਡੀ ਤਾਂ ਦੇ ਚੁੱਕੀ ਹੈ, ਕਾਰਨ ਦਾ ਪਤਾ ਲੱਗ ਗਿਆ, ਬਟ ਆਪਾਂ ਰੈਮੇਡੀ ਦੇ ਵਿੱਚ ਬੱਚੇ ਨੂੰ ਦੇਖਣਾ ਕਿ ਉਹਦੀ ਸਮੱਸਿਆ ਨੂੰ ਕਿਵੇਂ ਆਪਾਂ ਜਿਹੜਾ ਕਿ ਸੋਲਵ ਕਰ ਸਕਦੇ ਹਾਂ। ਤਾਂ ਅਸੀਂ ਕਹਿ ਸਕਦੇ ਹਾਂ ਕਿ ਰੈਮੇਡੀ ਆਪਾਂ ਬੱਚੇ ਨੂੰ ਦਿੱਤੀ ਆ, ਤਾਂ ਇਸ ਦਾ ਰਾਈਟ ਆਨਸਰ ਹੋਊਗਾ ਕਿ ਵਿਦਿਆਰਥੀ ਦੀ ਪ੍ਰਾਪਤੀ ਪੱਧਰ ਦਾ ਟੈਸਟ ਲੈ ਕੇ ਦੇਖਿਆ ਜਾਵੇ ਕਿ ਉਸਨੂੰ ਕਿੱਥੋਂ ਹੱਦ ਤੱਕ ਸਮਝ ਆਈ ਹੈ ਤੇ ਕਿੱਥੇ ਉਸਨੂੰ ਪ੍ਰੋਬਲਮ ਹੈ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਕੁਐਸਚਨ ਹੈ ਜਿਹੜੇ ਕਈ ਵਾਰ ਉਲਝਾ ਕੇ ਪੁੱਛੇ ਜਾਂਦੇ ਆ, ਸਾਰੀਆਂ ਆਪਸ਼ਨਾਂ ਨੂੰ ਦੇਖ ਕੇ ਹੀ ਤੁਸੀਂ ਜਿਹੜਾ ਕੀ ਹੈ ਰਾਈਟ ਤੇ ਟਿਕ ਕਰਨਾ ਕਿ ਕਿਹੜੀ ਬੈਸਟ ਹੋਊਗੀ। ਅਗਲਾ ਨੈਕਸਟ ਕੁਐਸਚਨ ਹੈ ਜੀ, ਤੁਸੀਂ ਇੱਕ ਅਧਿਆਪਕ ਲਈ ਕਿਸ ਹੁਨਰ ਨੂੰ ਸਭ ਤੋਂ ਜ਼ਰੂਰੀ ਸਮਝਦੇ ਹੋ? Which of the skills do you consider most essential for a teacher? ਠੀਕ ਹੈ। A ਚੰਗੀ ਤਰ੍ਹਾਂ ਸੰਚਾਰ ਕਰਨ ਲਈ, ਯਾਨੀ ਕਿ to communicate well। B ਮੁਸ਼ਕਿਲ ਭਾਸ਼ਾ ਦੀ ਵਰਤੋਂ ਲਈ, to use difficult language। C ਵਿਦਿਆਰਥੀ ਨੂੰ ਪ੍ਰਭਾਵਿਤ ਕਰਨ ਲਈ, to impress the student। D ਹੈ ਜੀ ਪਾਠ ਪੁਸਤਕ ਨੂੰ ਪੜ੍ਹਨ ਲਈ, ਠੀਕ ਹੈ। ਇੰਗਲਿਸ਼ ਦੀ ਰੋਂਗ ਆ, ਉੱਪਰ ਵਾਲਾ ਆਪਸ਼ਨ ਹੀ ਜਿਹੜਾ ਕਿ ਇੱਥੇ ਕਾਪੀ ਹੋ ਗਿਆ, ਠੀਕ ਹੈ, ਇਸ ਲਈ ਇਸ ਚੀਜ਼ ਨੂੰ ਇਗਨੋਰ ਕਰਿਓ। ਪਾਠ ਪੁਸਤਕ ਨੂੰ ਪੜ੍ਹਨ ਲਈ। ਇੱਕ ਤੁਸੀਂ ਇੱਕ ਅਧਿਆਪਕ ਲਈ ਕਿਸ ਹੁਨਰ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਸਮਝਦੇ ਹੋ? ਇਹ ਆਪਸ਼ਨ ਕੀ ਇੱਕ ਜਿਹੜਾ ਟੀਚਰ ਆ ਉਸਨੂੰ ਚੰਗੀ ਤਰ੍ਹਾਂ ਬੋਲਣ ਦਾ ਤਰੀਕਾ ਹੋਣਾ ਚਾਹੀਦਾ ਕਿ ਇਹ ਸਹੀ ਹੈ, ਜਾਂ ਬੀ ਹੈ ਜੀ ਮੁਸ਼ਕਿਲ ਭਾਸ਼ਾ ਦੀ ਵਰਤੋਂ ਲਈ, ਟੂ ਯੂਜ਼ ਡਿਫਿਕਲਟ ਲੈਂਗੁਏਜ। ਨਹੀਂ, ਜੇਕਰ ਉਹ ਡਿਫਿਕਲਟ ਲੈਂਗੁਏਜ ਯੂਜ਼ ਕਰੂਗਾ ਟੀਚਰ ਤਾਂ ਬੱਚੇ ਨੂੰ ਤਾਂ ਸਮਝ ਹੀ ਨਹੀਂ ਆਊਗੀ। ਸੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਲਈ, ਬੱਚੇ ਨੂੰ ਸਿਰਫ ਪ੍ਰਭਾਵਿਤ ਕਰੀ ਜਾਣਾ, ਇੰਪ੍ਰੈਸ ਕਰੀ ਜਾਣਾ, ਉਹਨਾਂ ਨਾਲ ਹੱਸ ਖੇਡ ਕੇ ਗੱਲਾਂ ਕਰ ਲੈਣਾ, ਉਹ ਖੁਸ਼ ਰਹਿਣ ਤੇ ਬੱਚੇ ਦੇ ਮਾਈਂਡ ਦੇ ਵਿੱਚ ਕੁਛ ਨਾ ਪਵੇ, ਜਾਂ ਤੁਸੀਂ ਇਹੋ ਜਿਹੀ ਚੀਜ਼ ਕੁਛ ਨਾ ਪੜ੍ਹਾਓ ਤਾਂ ਇਹੋ ਜਿਹੀ ਚੀਜ਼ ਅਸੀਂ ਨਹੀਂ ਕਰਾਂਗੇ ਕਿ ਇਕੱਲੇ ਬੱਚੇ ਨੂੰ ਪ੍ਰਭਾਵਿਤ ਕੀਤਾ ਜਾਵੇ। ਜਾਂ ਇਸੇ ਤਰੀਕੇ ਨਾਲ ਜੇਕਰ ਆਪਸ਼ਨ 'ਚ ਲਿਖਿਆ ਜਾਵੇ ਕਿ ਬੱਚੇ ਨੂੰ ਇੰਪ੍ਰੈਸ ਕੀਤਾ ਜਾਵੇ ਜਿਸ ਨਾਲ ਬੱਚੇ ਦਾ ਮੋਟੀਵੇਟ ਹੋਵੇ, ਠੀਕ ਹੈ, ਬੱਚੇ ਵਿੱਚ ਇੰਟਰਸਟ ਪੈਦਾ ਹੋਵੇ ਸਟੱਡੀ ਦਾ, ਤਾਂ ਅਸੀਂ ਇਹ ਫਿਰ ਆਪਸ਼ਨ ਜਿਹੜਾ ਕਿ ਰਾਈਟ ਮੰਨ ਸਕਦੇ ਸੀ। ਇਸੇ ਲਈ ਇਹਦਾ ਜਿਹੜਾ ਬੈਸਟ ਆਪਸ਼ਨ ਹੈਗਾ ਉਹ ਹੈਗਾ ਜੀ ਚੰਗੀ ਤਰ੍ਹਾਂ ਸੰਚਾਰ ਕਰਨ ਲਈ, ਯਾਨੀ ਕਿ ਟੂ ਕਮਿਊਨੀਕੇਟ ਵੈਲ, ਠੀਕ ਹੈ। ਵਧੀਆ ਤਰੀਕੇ ਨਾਲ ਉਹਨਾਂ ਨਾਲ ਬੋਲੋ ਤਾਂ ਕਿ ਬੱਚੇ ਵੀ ਜਿਹੜੇ ਖੁੱਲ ਕੇ ਆਪਣਾ ਪ੍ਰੋਬਲਮ ਸੋਲਵ ਕਰਨ ਵਾਸਤੇ ਖੁੱਲ ਕੇ ਉਹ ਵੀ ਆਪਣੇ ਵਿਚਾਰ ਪੇਸ਼ ਕਰ ਸਕਣ, ਤਾਂ ਉਹ ਤੁਹਾਡੀ ਕਮਿਊਨੀਕੇਟ ਜਿਹੜੀ ਕੀ ਆ ਵਧੀਆ ਹੋਣੀ ਚਾਹੀਦੀ ਹੈ। ਅਗਲਾ ਨੈਕਸਟ ਕੁਐਸਚਨ ਹੈ ਜੀ, ਇਰਫਾਨ ਖਿਡੌਣਿਆਂ ਨੂੰ ਤੋੜਦਾ ਹੈ ਅਤੇ ਉਹਨਾਂ ਦੇ ਭਾਗਾਂ ਦੀ ਪੜਚੋਲ ਕਰਨ ਲਈ ਉਹਨਾਂ ਨੂੰ ਤੋੜਦਾ, ਤੁਸੀਂ ਕੀ ਕਰੋਗੇ? ਇਰਫਾਨ breaks toys and dismantles them to explore their components, what would you do? A ਇਰਫਾਨ ਨੂੰ ਕਦੇ ਵੀ ਖਿਡੌਣਿਆਂ ਨਾਲ ਨਾ ਖੇਡਣ ਦਿਓ, never let ਇਰਫਾਨ play with toys। B ਹਮੇਸ਼ਾ ਨਜ਼ਦੀਕੀ ਨਜ਼ਰ ਰੱਖੋ, always keep a close watch। C ਉਸਦੇ ਖੋਜੀ ਸੁਭਾਅ ਦੇ ਉਤਸ਼ਾਹ ਕਰੋ, encourage his inquisitive nature। ਜਾਂ D ਹੈ ਉਸਨੂੰ ਸਮਝਾਓ ਕਿ ਖਿਡੌਣਿਆਂ ਨੂੰ ਤੋੜਨਾ ਨਹੀਂ ਚਾਹੀਦਾ, make him understand that toys should not be broken। ਦੇਖੋ ਆਪਾਂ ਇੱਕ ਗੱਲ ਕੀਤੀ ਸੀਗੀ ਕਿਸੇ ਵੀਡੀਓ ਦੇ ਵਿੱਚ, ਇੱਕ ਆਪਾਂ ਕੁਐਸਚਨ ਕੀਤਾ ਸੀ ਕਿ ਬੱਚਿਆਂ ਦੀ ਕ੍ਰੀਏਟੀਵਿਟੀ ਕਿਸ ਦੇ ਵਿੱਚ ਹੁੰਦੀ ਹੈ। ਬੱਚੇ ਕੀ ਕਰਦੇ ਹੈਗੇ, ਕੋਈ ਵੀ ਉਹਨਾਂ ਨੂੰ ਖਿਡੌਣਾ ਦੇ ਕੇ ਦੇ ਦਿਓ ਤਾਂ ਬੱਚੇ ਆਪਣੇ ਮਾਈਂਡ ਦੇ ਨਾਲ ਉਸ ਖਿਡੌਣੇ ਨੂੰ ਜਿਹੜਾ ਕਿ ਤੋੜ ਕੇ ਉਹਦੇ ਪਾਰਟ ਨੂੰ ਡਿਵਾਈਡ ਕਰਕੇ ਦੇਖਦੇ ਆ ਵੀ ਬਣਿਆ ਕਿਵੇਂ ਆ, ਕਿਸ ਤਰੀਕੇ ਨਾਲ ਬਣਿਆ, ਤਾਂ ਉਹ ਇੱਕ ਕ੍ਰੀਏਟੀਵਿਟੀ ਦਾ ਹਿੱਸਾ, ਬੱਚਾ ਆਪਣਾ ਮਾਈਂਡ ਯੂਜ਼ ਕਰ ਰਿਹਾ, ਠੀਕ ਹੈ, ਉਸ ਦੇ ਨਾਲ ਉਹਦੀ ਨੌਲੇਜ ਵੱਧ ਰਹੀ ਹੈ। ਇੱਥੇ ਹੁਣ ਉਹ ਕੀ ਕਰ ਰਿਹਾ ਕਿ ਉਹ ਖਿਡੌਣਿਆਂ ਨੂੰ ਜਿਹੜਾ ਕਿ ਤੋੜ ਰਿਹਾ, ਬ੍ਰੇਕਸ ਕਰ ਰਿਹਾ ਟਵਾਈਸ ਤੇ ਐਕਸਪਲੋਰ ਕਰ ਰਿਹਾ। ਦੇਖੋ ਆਹ ਵਰਡ ਇੱਕ ਬਹੁਤ ਵੱਡੀ ਕੁਐਸਚਨ ਦੇ ਵਿੱਚ ਕਲੂ ਦਿੱਤਾ ਗਿਆ ਕਿ ਐਕਸਪਲੋਰ ਕਰ ਰਿਹਾ, ਭਾਗਾਂ ਦੀ ਪੜਚੋਲ ਕਰ ਰਿਹਾ। ਤੁਸੀਂ ਕੀ ਕਰੋਗੇ?
ਇਰਫਾਨ ਨੂੰ ਕਹੋਗੇ ਕਿ ਕਦੇ ਵੀ ਖਿਡੌਣੇ ਨਾਲ ਖੇਡਣ ਦਿਓ, ਨਹੀਂ, ਇਹ ਚੀਜ਼ ਨਹੀਂ। ਜੇਕਰ ਅਸੀਂ ਐਵੇਂ ਕਰਾਂਗੇ ਤਾਂ ਉਸ ਦੇ ਵਿੱਚ ਕੀ ਹੋਊਗਾ, ਜੋ ਚੀਜ਼ ਉਹ ਐਕਸਪਲੋਰ ਕਰ ਰਿਹਾ ਉਹ ਚੀਜ਼ ਖਤਮ ਹੋ ਜਾਊਗੀ, ਲੋਸ ਹੋ ਜਾਊ, ਉਹਦੀ ਕ੍ਰੀਏਟੀਵਿਟੀ ਹੋਣੀ ਬੰਦ ਹੋ ਜਾਊ, ਉਹਦਾ ਮਾਈਂਡ ਨਹੀਂ ਯੂਜ਼ ਕਰ ਪਾਊਗਾ, ਲੌਜਿਕ ਨਹੀਂ ਲਾ ਪਾਊਗਾ ਆਪਣੇ ਮਾਈਂਡ ਨਾਲ। ਤੇ ਇਹੋ ਜਿਹਾ ਕੰਮ ਕਦੇ ਨਹੀਂ ਕਰਨਾ ਜਿਸ ਵਿੱਚ ਬੱਚਿਆਂ ਦੇ ਆਪਾਂ ਨੂੰ ਲੱਗੇ ਕਿ ਨਹੀਂ, ਬੱਚਿਆਂ ਨੂੰ ਕਿਸੇ ਚੀਜ਼ ਦਾ ਅੱਗੇ ਜਾ ਕੇ ਨੁਕਸਾਨ ਹੋ। ਤਾਂ ਫਸਟ ਆਪਸ਼ਨ ਜਿਹੜਾ ਗਲਤ ਆ ਵੀ ਉਸਨੂੰ ਕਦੇ ਵੀ ਖਿਡੌਣਿਆਂ ਨਾਲ ਖੇਡਣ ਨਾ ਦਿਓ। ਦੂਸਰਾ, ਹਮੇਸ਼ਾ ਨਜ਼ਦੀਕੀ ਨਜ਼ਰ ਰੱਖੋ, ਸਖਤ ਪਨਿਸ਼ਮੈਂਟ ਦਿਓ, ਹਨਾ, ਮਤਲਬ ਡਿਸਿਪਲਿਨ ਇਹੋ ਜਿਹਾ ਰੱਖੋ ਵੀ ਨਹੀਂ ਇਹ ਚੀਜ਼ ਤੂੰ ਇੱਥੇ ਹੀ ਰੱਖ ਦੇ, ਨਹੀਂ ਖੇਡਣੀ, ਇਹ ਚੀਜ਼ ਨਹੀਂ ਕਰਨੀ। ਆਲਵੇਜ਼ ਕੀਪ ਅ ਕਲੋਜ਼ ਵਾਚ ਨਹੀਂ ਕਰ ਸਕਦੇ ਆਪਾਂ। ਦੂਸਰਾ ਹੈਗਾ ਉਸਦੇ ਖੋਜੀ ਸੁਭਾਅ ਨੂੰ ਸ਼ਾਹ ਕਰੋ, ਕਾਫੀ ਹੱਦ ਤੱਕ ਇਹ ਜਿਹੜਾ ਰਾਈਟ ਆ। ਡੀ ਨੂੰ ਸਮਝ ਲੈਣੇ ਅੱਗੇ ਆਪਸ਼ਨ ਕੀ ਹੈ ਕਿ ਉਸਨੂੰ ਸਮਝਾਓ ਕਿ ਖਿਡੌਣਿਆਂ ਨੂੰ ਤੋੜਨਾ ਨਹੀਂ ਚਾਹੀਦਾ। ਆਪਾਂ ਇਹ ਕਹਿ ਸਕਦੇ ਕਿ ਖਿਡੌਣਿਆਂ ਨੂੰ ਨਹੀਂ ਤੋੜਨਾ ਚਾਹੀਦਾ, ਹਰ ਇੱਕ ਪੇਰੈਂਟਸ ਕਈ ਵਾਰ ਕਹਿ ਦਿੰਦੇ ਹੁੰਦੇ ਆ, ਬਟ ਫਿਰ ਵੀ ਆਪਾਂ ਕਹਿ ਸਕਦੇ ਵੀ ਇਹ ਕੁਐਸਚਨ ਦੇ ਹਿਸਾਬ ਨਾਲ ਜਿਹੜਾ ਕਿ ਰਾਈਟ ਆਨਸਰ ਨਹੀਂ ਬਣਦਾ। ਜੇਕਰ ਕੁਐਸਚਨ ਦੇ ਹਿਸਾਬ ਨਾਲ ਰਾਈਟ ਆਨਸਰ ਬਣਦਾ ਹੈ ਜੀ, ਕਿਉਂਕਿ ਆਪਾਂ ਸਾਈਕੋਲੋਜੀ ਦਾ ਟੌਪਿਕ ਕਰ ਰਹੇ ਹਾਂ, ਚਾਈਲਡ ਡਿਵੈਲਪਮੈਂਟ ਪੈਡਾਗੋਜੀ ਦੇ ਬਾਰੇ ਗੱਲ ਕਰ ਰਹੇ ਹਾਂ, ਜਿਸ ਵਿੱਚ ਬੱਚੇ ਦਾ ਡਿਵੈਲਪਮੈਂਟ ਬਾਰੇ ਗੱਲ ਹੋ ਰਹੀ ਆ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਦਾ ਰਾਈਟ ਆਨਸਰ ਹੈਗਾ ਉਸਦੇ ਖੋਜੀ ਸੁਭਾਅ ਨੂੰ ਉਤਸ਼ਾਹ ਕਰਨਾ, ਯਾਨੀ ਕਿ ਇਨਕਰੇਜ ਇਜ਼ ਇਨਕੁਇਸਟਿਵ ਨੇਚਰ, ਤਾਂ ਇਸ ਦਾ ਰਾਈਟ ਆਨਸਰ ਹੋਊਗਾ। ਨੈਕਸਟ, ਸਕੂਲਾਂ ਦੀ ਸਿੱਖਿਆ ਦੀ ਗੁਣਵੱਤਾ ਪੂਰੀ ਤਰ੍ਹਾਂ ਨਿਰਭਰ ਕਰਦੀ ਹੈ। ਦ ਕੁਆਲਿਟੀ ਆਫ ਸਕੂਲ ਐਜੂਕੇਸ਼ਨ ਇਜ਼ ਐਕਸਕਲੂਸਿਵ ਡਿਪੈਂਡਿੰਗ ਅਪੋਨ ਇਹ ਬੁਨਿਆਦੀ ਸਹੂਲਤਾਂ ਯਾਨੀ ਕਿ infrastructures, facilities, B ਵਿੱਤੀ ਪ੍ਰਬੰਧ financial provisions, C ਅੰਤਰਰਾਸ਼ਟਰੀ ਸਹਾਇਤਾ international support, ਜਾਂ D ਹੈ ਜੀ ਅਧਿਆਪਕ ਸਿੱਖਿਆ ਦੀ ਗੁਣਵੱਤਾ ਦਾ quality of teacher education। ਇੱਕ ਸਕੂਲ ਦੀ ਐਜੂਕੇਸ਼ਨ ਦੇ ਉੱਪਰ ਕੀ ਉਸਦੀ ਜਿਹੜੀ ਕੁਆਲਿਟੀ ਹੈ ਉਸ ਤੇ ਕੀ ਨਿਰਭਰ ਕਰੂਗੀ। ਕੱਲੀ ਬੁਨਿਆਦੀ ਸਹੂਲਤਾਂ ਦੇ ਦੇਣੀ ਹੈ, ਠੀਕ ਹੈ, ਬੁੱਕਸ ਦੇਤਾ, ਸਾਰਾ ਕੁਝ ਬੁੱਕਸ ਵਗੈਰਾ ਦੇਤੀਆਂ, ਬਿਲਡਿੰਗ ਖੜੀ ਕਰਤੀ ਸੋਹਣੀ, ਠੀਕ ਹੈ, ਪਿਕਚਰਸ ਬਣਾ ਦੇਣੀਆਂ, ਇਹ ਇੱਕ ਸਕੂਲ ਦੀ ਐਜੂਕੇਸ਼ਨ ਦੇ ਵਿੱਚ ਕੁਆਲਿਟੀ ਤੇ ਨਿਰਭਰ ਨਹੀਂ ਕਰਦੀ, ਠੀਕ ਹੈ। ਇਸ ਕਰਕੇ ਜਿਹੜਾ ਆਪਸ਼ਨ ਰੋਂਗ ਆ। ਫਾਈਨੈਂਸ਼ੀਅਲ ਪ੍ਰੋਵੀਜ਼ਨ ਯਾਨੀ ਕਿ ਵਿੱਤੀ ਪੈਸੇ ਸੰਬੰਧੀ ਕੋਈ ਹੈਲਪ ਕਰ ਦੇਣਾ, ਠੀਕ ਹੈ, ਇਹਦੇ ਨਾਲ ਵੀ ਅਸੀਂ ਕਹਿ ਸਕਦੇ ਹਾਂ ਕਿ ਕੁਆਲਿਟੀ ਐਜੂਕੇਸ਼ਨ ਉੱਤੇ ਜਿਹੜੀ ਕਿ ਡਿਪੈਂਡੈਂਟ ਨਹੀਂ ਕਰਦੀ। ਇੰਟਰਨੈਸ਼ਨਲ ਕੋਈ ਸਪੋਰਟ ਕਰ ਦੇਣਾ, ਨਹੀਂ। ਜੇਕਰ ਇਸ ਦੇ ਵਿੱਚ ਇੰਪੋਰਟੈਂਟ ਬਣਦਾ ਹੈ ਜੀ ਉਹ ਹੈ ਅਧਿਆਪਕ ਦੀ ਸਿੱਖਿਆ ਦੀ ਗੁਣਵੱਤਾ, ਕੁਆਲਿਟੀ ਆਫ ਟੀਚਰ ਆਫ ਐਜੂਕੇਸ਼ਨ, ਇਹੋ ਜਿਹੇ ਟੀਚਰ ਹੋਣਗੇ ਜਿਨ੍ਹਾਂ ਦੀ ਕੁਆਲਿਟੀ ਬੈਸਟ ਹੋਊਗੀ, ਪੜ੍ਹਾਉਣ ਦਾ ਤਰੀਕਾ ਵਧੀਆ ਹੋਊਗਾ, ਤਾਂ ਹੀ ਸਕੂਲ ਦੀ ਐਜੂਕੇਸ਼ਨ ਦੀ ਕੁਆਲਿਟੀ ਜਿਹੜੀ ਕੀ ਆ ਬੈਸਟ ਹੋਊਗੀ। ਸਕੂਲ ਦੀ ਸਿੱਖਿਆ ਦੇ ਉੱਪਰ ਜਿਹੜਾ ਕਿ ਇਹ ਚੀਜ਼ ਨਿਰਭਰ ਕਰੂਗੀ, ਠੀਕ ਹੈ, ਤੇ ਇਸ ਦਾ ਰਾਈਟ ਆਨਸਰ ਸੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਠੀਕ ਹੈ। ਤੁਹਾਡੇ ਲਾਈਕ ਦੇ ਨਾਲ ਹੀ ਜਿਹੜਾ ਕਿ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਇਹੋ ਜਿਹੀ ਵੀਡੀਓ ਨੂੰ ਬਣਾ ਕੇ ਲੈ ਕੇ ਆਉਣ ਦੀ, ਇਸ ਕਰਕੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ। ਨੈਕਸਟ ਕੁਐਸਚਨ ਹੈ ਜੀ, ਨਿਰਮਤਵਾਦ ਦਾ ਸਿਧਾਂਤ ਜ਼ੋਰ ਦਿੰਦਾ ਹੈ। ਕੰਸਟਰਕਟਿਵਿਜ਼ਮ ਐਜ਼ ਥਿਊਰੀ ਐਮਫੀਸਾਈਜ਼ ਇਹ ਸਿੱਖਣ ਦੇ ਅਧਿਆਪਕ ਤੇ ਯੋਗਦਾਨ ਤੇ, ਯਾਨੀ ਕਿ ਦਾ ਰੋਲ ਆਫ ਦੀ ਟੀਚਰ ਇਨ ਲਰਨਿੰਗ, ਬੀ ਜਾਣਕਾਰੀ ਨੂੰ ਯਾਦ ਰੱਖਣਾ ਤੇ ਪਰਖ ਸਮੇਂ ਦੱਸਣਾ, ਮੈਮੋਰਾਈਜ਼ਿੰਗ ਇਨਫੋਰਮੇਸ਼ਨ ਐਂਡ ਟੈਸਟਿੰਗ ਥਰੂ ਰਿਕਾਲ, ਸੀ ਹੈ ਗਿਆਨ ਪ੍ਰਾਪਤੀ ਤੇ ਅਨੁਕਰਨ ਦਾ ਯੋਗਦਾਨ, ਦਾ ਰੋਲ ਆਫ ਇਮੀਟੇਸ਼ਨ ਇਨ ਐਕਵਾਇਰਿੰਗ ਨੌਲੇਜ, ਜਾਂ ਡੀ ਹੈ ਪ੍ਰੋਕਿਤ ਚੋਂ ਕੋਈ ਨਹੀਂ, ਨਨ ਆਫ ਥੀਸ। ਦੇਖੋ ਕੰਸਟਰਕਟਿਵਿਜ਼ਮ ਐਜ਼ ਥਿਊਰੀ ਐਮਫੀਸਾਈਜ਼, ਠੀਕ ਹੈ, ਕਿਸ ਦੇ ਉੱਪਰ ਜ਼ੋਰ ਦਿੰਦੇ ਹੈਗੇ। ਇਸ ਦਾ ਰਾਈਟ ਆਨਸਰ ਹੈ ਬੀ ਮੈਮੋਰਾਈਜ਼ਿੰਗ ਇਨਫੋਰਮੇਸ਼ਨ ਐਂਡ ਟੈਸਟਿੰਗ ਥਰੂ ਰਿਕਾਲ, ਠੀਕ ਹੈ। ਦਾ ਰੋਲ ਆਫ ਟੀਚਰ ਇਨ ਲਰਨਿੰਗ ਦੇ ਉੱਪਰ ਇਕੱਲੇ ਸਿੱਖਣ ਦੇ ਅਧਿਆਪਕ ਤੇ ਯੋਗਦਾਨ ਨਹੀਂ ਦਿੰਦੇ। ਕੰਸਟਰਕਟਿਵਿਜ਼ਮ ਕੀ ਕਹਿੰਦਾ ਹੈ ਕਿ ਬੱਚਾ ਐਕਟਿਵ ਆ, ਬੱਚਾ ਐਕਸਪਲੋਰ ਕਰਦਾ, ਬੱਚਾ ਉਸ ਚੀਜ਼ ਨੂੰ ਜਿਹੜਾ ਕਿ ਓਬਜ਼ਰਵ ਕਰਦਾ ਹੈ, ਫਿਰ ਇਮੀਟੇਸ਼ਨ ਕਰਦਾ, ਫਿਰ ਆਪਣੇ ਮਾਈਂਡ ਦੇ ਵਿੱਚ ਉਸ ਇਨਫੋਰਮੇਸ਼ਨ ਨੂੰ ਯਾਦ ਰੱਖਦਾ ਹੈ, ਫਿਰ ਉਸ ਚੀਜ਼ ਨੂੰ ਜਿਹੜਾ ਕਿ ਰੀਕਾਲ ਕਰਦਾ ਹੈ। ਇਹ ਕੰਸਟਰਕਟਿਵਿਜ਼ਮ ਦਾ ਜਿਹੜਾ ਕੀ ਆ ਮੰਨਣਾ, ਜਿਵੇਂ ਪਿਆਜੇ ਹੋ ਗਏ, ਵੈਗੋਸਕੀ ਹੋ ਗਏ, ਠੀਕ ਹੈ, ਤਾਂ ਇਹਦੇ ਵਿੱਚ ਸ਼ਾਮਿਲ ਹੁੰਦੇ ਆ। ਗਿਆਨ ਦੀ ਪ੍ਰਾਪਤੀ ਦੇ ਅਨੁਕਰਨ ਕਰਨ ਦਾ ਯੋਗਦਾਨ, ਜਿਵੇਂ ਕਿ ਇਕੱਲੇ ਇਮੀਟੇਸ਼ਨ ਕਰਨਾ ਤੇ ਐਕਵਾਇਰਿੰਗ ਨੌਲੇਜ ਕਰਨਾ ਨਹੀਂ, ਤੇ ਲਾਸਟ ਆਪਸ਼ਨ ਚ ਪ੍ਰੋਕਿਤ ਕੋਈ ਨਹੀਂ ਹੈ, ਠੀਕ ਹੈ, ਤੇ ਇਸ ਦਾ ਰਾਈਟ ਆਨਸਰ ਜਿਹੜਾ ਹੈਗਾ ਇਹ ਹੈ। ਨੈਕਸਟ ਕੁਐਸਚਨ ਹੈ ਜੀ, ਵੈਗੋਸਕੀ ਦੇ ਅਨੁਸਾਰ ਬਾਲ ਵਿਕਾਸ ਹੈ। ਵੈਗੋਸਕੀ ਪ੍ਰਪੋਜ਼ਡ ਡੈਟ ਚਾਈਲਡ ਡਿਵੈਲਪਮੈਂਟ ਇਜ਼ ਇਹ ਰਸਮੀ ਸਿੱਖਿਆ ਦੀ ਉਪਜ, ਯਾਨੀ ਕਿ ਆ ਪ੍ਰੋਡਕਟ ਆਫ ਫਾਰਮਲ ਐਜੂਕੇਸ਼ਨ, ਬੀ ਸੱਭਿਆਚਾਰ ਦੇ ਵਿਰਾਸਤੀ ਤੱਤਾਂ ਕਾਰਨ, ਡਿਊ ਟੂ ਜੈਨੇਟਿਕ ਕੰਪੋਨੈਂਟਸ ਆਫ ਅ ਕਲਚਰ, ਸੀ ਹੈ ਸਮਾਜਿਕ ਅੰਤਰਕਿਰਿਆ ਦੀ ਉਪਜ, ਯਾਨੀ ਕਿ ਆ ਪ੍ਰੋਡਕਟ ਆਫ ਸੋਸ਼ਲ ਇੰਟਰੈਕਸ਼ਨ, ਜਾਂ ਡੀ ਹੈ ਆਤਮ ਸਾਧਕਰਨ ਅਤੇ ਅਨੁਕੂਲਨ ਦੀ ਉਪਜ, ਆ ਪ੍ਰੋਡਕਟ ਆਫ ਅਸੈਮੀਲੇਸ਼ਨ ਤੇ ਅਕੋਮੋਡੇਸ਼ਨ। ਵੈਗੋਸਕੀ ਦੀ ਥਿਊਰੀ ਦੇ ਵਿੱਚ ਚਾਈਲਡ ਡਿਵੈਲਪਮੈਂਟ ਕੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ, ਦੇਖੋ ਫਾਰਮਲ ਐਜੂਕੇਸ਼ਨ ਦੇ ਬਾਰੇ ਕੋਈ ਵੀ ਵੈਗੋਸਕੀ ਨੇ ਆਪਣੀ ਥਿਊਰੀ ਦੇ ਵਿੱਚ ਨਹੀਂ ਗੱਲ ਕੀਤੀ।
ਸੱਭਿਆਚਾਰ ਦੇ ਵਿਰਾਸਤੀ ਯਾਨੀ ਕਿ ਜੈਨੇਟਿਕ ਕੰਪੋਨੈਂਟਸ ਦੇ ਬਾਰੇ ਕੋਈ ਗੱਲ ਨਹੀਂ ਕੀਤੀ। ਡੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਕਿਉਂਕਿ ਸਮਾਜਿਕ ਅੰਤਰ ਸੋਸ਼ਲ ਇੰਟਰੈਕਸ਼ਨ ਦੇ ਬਾਰੇ ਗੱਲ ਕੀਤੀ ਹੈ। ਡੀ ਅਸੈਮੀਲੇਸ਼ਨ ਤੇ ਅਕੋਮੋਡੇਸ਼ਨ ਬਾਰੇ ਤਾਂ ਗੱਲ ਕੀਤੀ ਨਹੀਂ ਉਹ ਪਿਆਜੇ ਦੀ ਥਿਊਰੀ ਦੇ ਵਿੱਚ। ਠੀਕ ਹੈ, ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਗੱਲ ਕਰ ਲੈਂਦੇ ਕਿ ਸੋਸ਼ਲ ਇੰਟਰੈਕਸ਼ਨ ਬੱਚਾ ਕਿਵੇਂ ਕਰਦਾ ਹੈਗਾ, ਉਸ ਦੇ ਬਾਰੇ ਥੋੜਾ ਡਿਸਕਸ ਕਰ ਲੈਂਦੇ ਹਾਂ। ਜਿਹੜੀ ਵੈਗੋਸਕੀ ਦੀ ਥਿਊਰੀ ਦੇ ਵਿੱਚ ਬੱਚਾ 3 ਤਰੀਕੇ ਨਾਲ ਜਿਹੜਾ ਕੀ ਆ ਸੋਸ਼ਲਾਈਜੇਸ਼ਨ ਹੁੰਦਾ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਜੀ ਕੋਲੈਬੋਰੇਟਿਵ ਲਰਨਿੰਗ। ਬੱਚਾ ਜਿਹੜਾ ਕਿ ਕੋਲੈਬੋਰੇਟਿਵ ਲਰਨਿੰਗ ਕਰੂਗਾ। ਠੀਕ ਹੈ, ਆਪਸ ਦੇ ਵਿੱਚ ਬਹਿ ਕੇ ਇੱਕ ਦੂਜੇ ਨਾਲ ਰਲ ਕੇ ਜਿਹੜਾ ਕੀ ਆ ਲਰਨਿੰਗ ਕਰਨਗੇ, ਉਹਨੂੰ ਕਹਿੰਦੇ ਆ ਕੋਲੈਬੋਰੇਟਿਵ ਲਰਨਿੰਗ। ਠੀਕ ਹੈ, ਗਰੁੱਪ ਪਾਰਟਿਸਿਪੇਸ਼ਨ ਵੀ ਕਹਿ ਸਕਦੇ ਹਾਂ। ਸੈਕਿੰਡ ਹੈਗਾ ਜੀ ਰੈਸੋਪ੍ਰੋਕਲ ਲਰਨਿੰਗ। ਇਹਨਾਂ ਦੇ ਉੱਪਰ ਵੀ ਕੁਐਸਚਨ ਜਿਹੜੇ ਕਿ ਕਈ ਵਾਰ ਪੁੱਛ ਲਏ ਜਾਂਦੇ, ਇਸ ਕਰਕੇ ਜ਼ਰੂਰੀ ਹੈ ਡਿਸਕਸ ਕਰਨਾ ਰੈਸੋਪ੍ਰੋਕਲ ਲਰਨਿੰਗ। ਰੈਸੋਪ੍ਰੋਕਲ ਲਰਨਿੰਗ ਕੀ ਹੁੰਦੀ ਹੈ? ਜਿਹਦੇ ਵਿੱਚ ਬੱਚਾ ਆਪਣੇ ਸਾਥੀਆਂ ਤੇ ਹਮ ਉਮਰ ਦੇ ਬੱਚਿਆਂ ਦੇ ਨਾਲ ਰਹਿ ਕੇ, ਠੀਕ ਹੈ, ਚੀਜ਼ਾਂ ਨੂੰ ਸਿੱਖਦਾ। ਇੱਕ ਫੋਰ ਐਗਜ਼ਾਮਪਲ ਟੀਚਰ ਵੱਲੋਂ ਜਿਹੜਾ ਕਿ ਇੱਕ ਅਸਾਈਨਮੈਂਟ ਦਿੱਤੀ ਹੈ, ਬੱਚਾ ਕੀ ਕਰੂਗਾ ਆਪਸ ਦੇ ਵਿੱਚ ਰਲ ਕੇ। ਕੋਲੈਬੋਰੇਟਿਵ ਲਰਨਿੰਗ ਤੇ ਰੈਸੋਪ੍ਰੋਕਲ ਲਰਨਿੰਗ ਕਾਫੀ ਹੱਦ ਤੱਕ ਸੇਮ ਜੇ ਹੈਗੇ ਆ ਕਿ ਆਪਸ ਦੇ ਵਿੱਚ ਬਹਿ ਕੇ ਬੱਚੇ ਜਿਹੜੇ ਕਿ ਅਸਾਈਨਮੈਂਟ ਪੜ੍ਹਾ ਰਹੇ ਆ, ਜਿੰਨੇ ਵੀ ਉਹਨਾਂ ਦੇ ਡਾਊਟਸ ਆ ਉਹ ਆਪਸ ਦੇ ਵਿੱਚ ਜਾ ਕੇ ਜਿਹੜੇ ਕਿ ਹੱਲ ਕਰ ਰਹੇ ਹੈਗੇ ਆ। ਜਿੰਨੇ ਵੀ ਉਹਨਾਂ ਦੇ ਅਨੁਮਾਨ ਆ, ਪ੍ਰੈਡਿਕਸ਼ਨਸ ਆ, ਉਹ ਜਿਹੜੇ ਕਿ ਇੱਕ ਦੂਜੇ ਨਾਲ ਸ਼ੇਅਰ ਕਰ ਰਹੇ ਆ ਤੇ ਪ੍ਰੋਬਲਮ ਨੂੰ ਸੋਲਵ ਕਰ ਰਹੇ ਆ। ਠੀਕ ਹੈ, ਤੇ ਇਸ ਤਰੀਕੇ ਨਾਲ ਰੈਸੋਪ੍ਰੋਕਲ ਲਰਨਿੰਗ ਹੋ ਗਈ ਤੇ ਕੋਲੈਬੋਰੇਟਿਵ, ਜਿਹਨੂੰ ਗਾਈਡਡ ਪਾਰਟਿਸਿਪੇਟ ਵੀ ਕਹਿੰਦੇ ਆ। ਥਰਡ ਜੋ ਕਿ ਹੈ ਉਹ ਹੈ ਜੀ ਗਾਈਡਡ ਪਾਰਟਿਸਿਪੇਟ। ਇਹ ਵੀ ਜਿਹੜਾ ਕੀ ਹੈ ਇੰਪੋਰਟੈਂਟ ਆ। ਗਾਈਡਡ ਪਾਰਟਿਸਿਪੇਟ ਦੇ ਵਿੱਚ ਕੀ ਆਊਗਾ? ਗਾਈਡਡ ਪਾਰਟਿਸਿਪੇਸ਼ਨ ਇਹਦੇ ਵਿੱਚ ਕੀ ਹੈ, ਜਿਵੇਂ ਫੋਰ ਐਗਜ਼ਾਮਪਲ ਕੋਈ ਇੱਕ ਮੈਚੁਰ ਪਰਸਨ ਹੋਊਗਾ, ਟੀਚਰ ਹੋ ਸਕਦਾ, ਪੇਰੈਂਟਸ ਹੋ ਸਕਦਾ, ਬੱਚੇ ਨੂੰ ਗਾਈਡ ਕਰੂ। ਫੋਰ ਐਗਜ਼ਾਮਪਲ ਇੱਕ ਬੱਚੇ ਨੂੰ ਆਪਾਂ ਜਿਹੜਾ ਕਿ ਪੇਪਰ ਬੋਟ ਜਿਹੜੀ ਕਿ ਬਣਾਉਣੀ ਸਿਖਾ ਰਹੇ ਹਾਂ, ਜਿਵੇਂ ਜਿਵੇਂ ਆਪਾਂ ਪੇਪਰ ਨੂੰ ਫੋਲਡ ਕਰ ਰਹੇ ਹਾਂ, ਬੱਚਾ ਵੀ ਉਵੇਂ ਪੇਪਰ ਨੂੰ ਫੋਲਡ ਕਰ ਰਿਹਾ ਹੈਗਾ, ਤਾਂ ਬੱਚੇ ਤੇ ਕੀ ਹੋ ਰਿਹਾ, ਉਹ ਬੱਚਾ ਗਾਈਡਡ ਪਾਰਟਿਸਿਪੇਸ਼ਨ ਦੇ ਦੌਰਾਨ ਜਿਹੜਾ ਕੀ ਆ ਉਹ ਚੀਜ਼ ਨੂੰ ਸਿੱਖ ਰਿਹਾ ਵੀ ਪੇਪਰ ਬੋਟ ਐਵੇਂ ਬਣਦੇ ਆ। ਠੀਕ ਹੈ ਜੀ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ 3 ਤਰ੍ਹਾਂ ਦੀ ਲਰਨਿੰਗ ਜਿਹੜੀ ਕਿ ਵੈਗੋਸਕੀ ਨੇ ਆਪਣੀ ਥਿਊਰੀ ਵਿੱਚ ਦਿੱਤੀ ਹੈ, ਕੋਲੈਬੋਰੇਟਿਵ, ਰੈਸੋਪ੍ਰੋਕਲ ਤੇ ਗਾਈਡਡ ਪਾਰਟਿਸਿਪੇਸ਼ਨ। ਠੀਕ ਹੈ, ਤੇ ਇਹ ਚੀਜ਼ ਤੁਹਾਨੂੰ ਕਲੀਅਰ ਹੋ ਚੁੱਕੀ ਹੋਗੀ। ਨੈਕਸਟ ਕੁਐਸਚਨ ਹੈ ਕੋਲਬਰਗ ਦੇ ਨੈਤਿਕ ਵਿਕਾਸ ਦੇ ਪੜਾਅ ਸੰਬੰਧਿਤ ਹਨ। ਕੋਲਬਰਗ ਸਟੇजेस ਆਫ ਮੋਰਲ ਡਿਵੈਲਪਮੈਂਟ ਰਿਲੇਟਡ ਟੂ ਏ ਅਰਿਕਸਨ ਦੇ ਮਨੋ ਸਮਾਜਿਕ ਪੜਾਅ ਯਾਨੀ ਕਿ ਅਰਿਕਸਨ ਸਾਈਕੋ ਸੋਸ਼ਲ ਸਟੇਜ, ਬੀ ਸੁਲੀਵਨ ਦੇ ਅੰਤਰ ਕਿਰਿਆ ਪੜਾਅ, ਸੁਲੀਵਨਸ ਇੰਟਰਪਰਸਨਲ ਸਟੇजेस, ਸੀ ਪਿਆਜੇ ਦੇ ਨੈਤਿਕ ਵਿਕਾਸ ਪੜਾਅ, ਪਿਆਜੇਸ ਮੋਰਲ ਡਿਵੈਲਪਮੈਂਟ ਸਟੇजेस, ਜਾਂ ਡੀ ਹੈ ਜੀ ਫਰਾਇਡ ਦੇ ਮਨੋਲਿੰਗਿਕ ਪੜਾਅ, ਫਰਾਇਡ ਸਾਈਕੋਸੈਕਸ਼ੂਅਲ ਸਟੇजेस। ਤਾਂ ਇਸ ਦਾ ਰਾਈਟ ਆਨਸਰ ਜੇਕਰ ਆਪਾਂ ਕਹੀਏ ਪਿਆਜੇ ਦੇ ਮੋਰਲ ਡਿਵੈਲਪਮੈਂਟ ਦੇ ਨਾਲ ਜਿਹੜਾ ਕੀ ਆ ਕੋਲਬਰਗ ਦੇ ਸਟੇਜ ਦਾ ਮੋਰਲ ਡਿਵੈਲਪ ਨਾਲ ਜਿਹੜੇ ਕੀ ਆ ਰਿਲੇਟਡ। ਠੀਕ ਹੈ ਜੀ, ਅਰਿਕਸਨ ਦਾ ਸਾਈਕੋਸੋਸ਼ਲ ਸਟੇਜ ਨਹੀਂ ਹੈ, ਸੁਲੀਵਨ ਦਾ ਇੰਟਰਪਰਸਨਲ ਸਟੇਜ ਨਹੀਂ ਹੈ, ਤੇ ਫਰਾਇਡ ਦਾ ਵੀ ਮਨੋਲਿੰਗਿਕ ਪੜਾਅ ਨਹੀਂ ਹੈਗਾ। ਹੁਣ ਆਪਾਂ ਇਹਦੇ ਬਾਰੇ ਥੋੜਾ ਜਿਹਾ ਡਿਸਕਸ ਕਰ ਲੈਂਦੇ ਹਾਂ ਕਿ ਕੋਲਬਰਗ ਦੇ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਕੋਲਬਰਗ ਨੇ ਜਿਹੜਾ ਕੀ ਆ ਆਪਣਾ ਯੂਨੀਵਰਸਲ ਜਿਹੜਾ ਕੀ ਸੀਕੁਐਂਸ ਦਿੱਤਾ ਹੈਗਾ। ਠੀਕ ਹੈ, ਇਹਦੇ ਵਿੱਚ ਉਹਨੇ ਜਿਹੜਾ ਕੀ ਆ ਯੂਨੀਵਰਸਲ ਸੀਕੁਐਂਸ ਦਿੱਤਾ ਆਪਣੀ ਥਿਊਰੀ ਦੇ ਵਿੱਚ, ਜਿਸ ਦੇ ਵਿੱਚ ਉਸਨੇ 3 ਲੈਵਲ ਦਿੱਤੇ ਆ। ਕਿਹਦੇ ਬਾਰੇ? ਮੋਰਲ ਡਿਵੈਲਪਮੈਂਟ ਦੇ ਬਾਰੇ ਆਪਾਂ ਇਹਦੇ ਵਿੱਚ ਗੱਲ ਕੀਤੀ ਸੀ ਨਾ, ਲੈਵਲ ਦਿੱਤੇ ਗਏ 1 2 ਤੇ 3 ਲੈਵਲ ਦਿੱਤੇ ਆ। ਇਸ ਦੇ ਵਿੱਚ ਉਸਨੇ ਕੀ ਕਿਹਾ ਹੈਗਾ, ਪਿਆਜੇ ਦੇ ਨੈਤਿਕ ਵਿਕਾਸ ਦੇ ਪੜਾਅ ਨਾਲ ਇਸ ਦਾ ਮੋਰਲ ਡਿਵੈਲਪਮੈਂਟ ਕਿਉਂ ਮੇਲ ਖਾਂਦਾ ਹੈ? ਕਿਉਂਕਿ ਪਿਆਜੇ ਨੇ ਆਪਣੇ ਨੈਤਿਕ ਪੜਾਅ ਯਾਨੀ ਕਿ ਮੋਰਲ ਡਿਵੈਲਪਮੈਂਟ ਸਟੇजेस ਜਿਹੜੀਆਂ ਦਿੱਤੀਆਂ ਹੈਗੀਆਂ, ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਯਾਦ ਕਰ ਸਕਦੇ ਹਾਂ ਜੀ A+H+A। ਠੀਕ ਹੈ ਜੀ, A ਦਾ ਮਤਲਬ ਹੋ ਗਿਆ ਜੀ ਅਨੋਮੀ, H ਦਾ ਮਤਲਬ ਹੋ ਗਿਆ ਹੈਟਰੋਨੋਮੀ, ਤੇ A ਦਾ ਮਤਲਬ ਹੋ ਗਿਆ ਆਟੋਨੋਮੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਜ਼ਰੂਰ ਯਾਦ ਰੱਖਣਾ। ਅਨੋਮੀ ਕੀ ਹੁੰਦਾ ਹੈ? ਜਿਸ ਦੇ ਵਿੱਚ ਬੱਚਾ ਬਰਥ ਤੋਂ ਲੈ ਕੇ 5 ਇਅਰਸ ਦਾ। ਹੈਟਰੋਨੋਮੀ ਦੇ ਵਿੱਚ ਬੱਚਾ ਹੈਗਾ ਜੀ 5 ਤੋਂ ਲੈ ਕੇ 13, ਤੇ ਆਟੋਨੋਮੀ ਦੇ ਵਿੱਚ ਬੱਚਾ ਹੈਗਾ ਜੀ 13 ਤੋਂ ਲੈ ਕੇ ਉੱਪਰ ਵਾਲੇ ਸਾਰੇ ਜਿਹੜੇ ਕੀ ਹੈ ਇਹਦੇ ਵਿੱਚ ਬੱਚੇ ਆ ਜਾਣਗੇ। ਅਨੋਮੀ ਦੇ ਵਿੱਚ ਇਹ ਬੱਚੇ ਦੇ ਵਿਵਹਾਰ ਦੇ ਆਧਾਰਿਤ ਹੈ, ਯਾਨੀ ਕਿ ਪਿਆਜੇ ਦੇ ਅਕੋਰਡਿੰਗ ਮੋਰਲ ਡਿਵੈਲਪਮੈਂਟ ਕੀ ਹੈ ਕਿ ਬੱਚਾ ਅਨੋਮੀ ਯਾਨੀ ਕਿ ਬਰਥ ਤੋਂ ਲੈ ਕੇ 5 ਇਅਰ ਦੇ ਵਿੱਚ ਬੱਚੇ ਦੇ ਜਿਹੜੇ ਕੀ ਆ ਆਪਾਂ ਕਹਿ ਸਕਦੇ ਵਿਵਹਾਰ ਦੇ ਆਧਾਰ ਤੇ ਆ, ਬਿਹੇਵੀਅਰ ਦੇ ਆਧਾਰ ਤੇ। ਹੈਟਰੋਨੋਮੀ ਦੇ ਵਿੱਚ ਕੀ ਆ, ਬੱਚਾ ਜਦੋਂ
5 ਤੋਂ ਲੈ ਕੇ ਤੇ 13 ਦੀ ਉਮਰ ਜਿੰਨਾ ਹੋ ਜਾਂਦਾ, ਯਾਨੀ ਕਿ 5 ਤੋਂ ਲੈ ਕੇ 13 ਸਾਲ ਦੀ ਉਮਰ ਵਿੱਚ ਹੋ ਜਾਂਦਾ, ਤਾਂ ਬੱਚੇ ਨੂੰ ਐ ਲੱਗਦਾ ਕਿ ਸਮਾਜ ਦੁਆਰਾ ਜੋ ਨਿਯਮ ਬਣਾਏ ਗਏ ਆ ਉਹ ਕਦੇ ਵੀ ਬਦਲੇ ਨਹੀਂ ਜਾ ਸਕਦੇ, ਜੋ ਸਮਾਜ ਨੇ ਨਿਯਮ ਬਣਾਏ ਆ ਉਹ ਮੰਨਣੇ ਪੈਂਦੇ। ਠੀਕ ਹੈ, ਤੇ ਆਟੋਨੋਮੀ ਦੇ ਵਿੱਚ ਕੀ ਹੈ, 13 ਤੋਂ ਉੱਪਰ ਵਾਲੇ ਬੱਚਿਆਂ ਨੂੰ ਐ ਲੱਗਦਾ ਹੈ ਕਿ ਜੋ ਸਮਾਜ ਵੱਲੋਂ ਨਿਯਮ ਬਣਾਏ ਗਏ ਆ ਉਹਨਾਂ ਵਿੱਚ ਚੇਂਜਿਸ ਕੀਤੀ ਜਾ ਸਕਦੀ ਹੈ। ਠੀਕ ਹੈ, ਤਾਂ ਇਹ ਜਿਹੜਾ ਕੀ ਆ, ਪਿਆਜੇ ਨੇ ਮੋਰਲ ਡਿਵੈਲਪਮੈਂਟ ਦੀਆਂ 3 ਸਟੇਜਿਸ ਦਿੱਤੀਆਂ ਹੈਗੀਆਂ। ਠੀਕ ਹੈ, ਇਹਦੇ ਨਾਲ ਹੀ ਜਿਹੜਾ ਕਿ ਕੋਲਬਰਗ ਦੀ ਸਟੇਜ ਮੋਰਲ ਡਿਵੈਲਪਮੈਂਟ ਜਿਹੜੀ ਕੀ ਆ ਮੇਲ ਖਾਂਦੀ ਹੈ। ਇਸੇ ਲਈ ਇਹ ਕੁਐਸਚਨ ਬਣਾਇਆ ਗਿਆ ਹੈਗਾ ਕਿ ਕੋਲਬਰਗ ਦੀ ਜਿਹੜੀ ਕੀ ਆ ਨੈਤਿਕ ਵਿਕਾਸ ਦੇ ਪੜਾਅ ਨਾਲ ਸੰਬੰਧਿਤ ਹਨ। ਕਿਹਦੇ ਨਾਲ ਸੰਬੰਧਿਤ ਹੈ? ਪਿਆਜੇ ਦੇ ਨੈਤਿਕ ਵਿਕਾਸ ਦੇ ਨਾਲ। ਠੀਕ ਹੈ, ਕਿਉਂਕਿ ਉਸਨੇ 3 ਲੈਵਲ ਦਿੱਤੇ, 3 ਲੈਵਲ ਦੇ ਵਿੱਚ ਗਾਂ ਉਹਨੇ ਦੱਸਿਆ ਕਿ ਸੇਜ ਦੇ ਅਕੋਰਡਿੰਗ ਜਿਹੜਾ ਬੱਚਾ ਨੈਤਿਕ ਉਹਦੇ ਵਿੱਚ ਕਿਵੇਂ ਵਿਕਾਸ ਹੁੰਦਾ ਹੈ। ਤਾਂ ਉਹ ਕੋਲਬਰਗ ਦੀ ਥਿਊਰੀ ਦੇ ਵਿੱਚ, ਜੇਕਰ ਤੁਹਾਨੂੰ ਕੋਲਬਰਗ ਦੀ ਥਿਊਰੀ ਬਾਰੇ ਨੌਲੇਜ ਹੋਊਗੀ ਤਾਂ ਤੁਸੀਂ ਇਸ ਕੁਐਸਚਨ ਨੂੰ ਜ਼ਰੂਰ ਸਮਝੋਗੇ। ਠੀਕ ਹੈ, ਇਸੇ ਤਰੀਕੇ ਨਾਲ ਹੀ ਪਿਆਜੇ ਦੀ ਮੋਰਲ ਡਿਵੈਲਪਮੈਂਟ, ਪਿਆਜੇ ਨੇ ਵੀ ਆਪਣੇ ਨੈਤਿਕ ਵਿਕਾਸ ਦੇ ਪੜਾਅ ਦਿੱਤੇ ਆ, ਜਿਸਨੇ ਉਹਨੇ 3 ਤਰੀਕੇ ਨਾਲ ਦਿੱਤੇ, ਜਿਸ ਵਿੱਚ ਆ ਗਿਆ ਨੋਮੀ, ਹੈਟਰੋਨੋਮੀ ਤੇ ਆਟੋਨੋਮੀ। ਠੀਕ ਹੈ ਜੀ, ਅਗਲਾ ਨੈਕਸਟ ਕੁਐਸਚਨ ਹੈ ਮਾਈਂਡ ਇਨ ਸੁਸਾਇਟੀ ਕਿਤਾਬ ਦਾ ਲੇਖਕ ਹੈ। ਹੂ ਇਜ਼ ਦੀ ਆਥਰ ਆਫ ਬੁੱਕ ਦਾ ਮਾਈਂਡ ਇਨ ਸੁਸਾਇਟੀ? ਏ ਪਿਆਜੇ, ਬੀ ਕੋਲਬਰਗ, ਸੀ ਸਕਿਨਰ ਜਾਂ ਡੀ ਵੈਗੋਸਕੀ? ਦੇਖੋ ਨਾਮ ਤੋਂ ਹੀ ਕਲੀਅਰ, ਸੁਸਾਇਟੀ ਵਰਡ ਕਿਹਨੇ ਯੂਜ਼ ਕੀਤਾ ਹੈਗਾ? ਵੈਗੋਸਕੀ। ਤੇ ਇਸ ਦੀ ਬੁੱਕ ਸੀਗੀ ਜੋ ਕਿ ਇੰਪੋਰਟੈਂਟ ਆਈ ਵੀ ਨਾਮ, ਇਹ ਚੀਜ਼ ਵੀ ਤੁਹਾਨੂੰ ਪਤਾ। ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕੋਲਬਰਗ ਦੇ ਨੈਤਿਕ ਸਿਧਾਂਤਾਂ ਦੀ ਗਿਲੀਗਨ ਦੁਆਰਾ ਕੀਤੀ ਗਈ ਆਲੋਚਨਾ ਦੇ ਕੇਂਦਰੀ ਵਿਚਾਰ ਕੀ ਹੈ? Which of the following is the central idea of Gilligan's critique of the Kohlberg's theory of moral development? A. ਵਰਗ ਪੱਖਪਾਤ ਯਾਨੀ ਕਿ ਕਲਾਸ ਬਾਇਸ, B. ਸੱਭਿਆਚਾਰ ਪੱਖਪਾਤ ਕਲਚਰ ਬਾਇਸ, C. ਲਿੰਗਿਕ ਪੱਖਪਾਤ ਜੈਂਡਰ ਬਾਇਸ ਤੇ D ਹੈ ਜੀ ਨਸਲੀ ਪੱਖਪਾਤ ਰੈਕਲ ਜਿਹੜੇ ਕੀ ਹੈ ਬਾਇਸ। ਇਸ ਦਾ ਵੀ ਆਨਸਰ ਮੈਂ ਤੁਹਾਨੂੰ ਦੱਸ ਦਿੰਦੀ ਆ। ਇਸ ਦਾ ਰਾਈਟ ਆਨਸਰ ਹੈ ਜੀ ਜੈਂਡਰ ਬਾਇਸ। ਠੀਕ ਹੈ ਜੀ, ਕੋਲਬਰਗ ਦੀ ਥਿਊਰੀ ਜਿਹਦੇ ਬਾਰੇ ਹੁਣੇ ਆਪਾਂ ਗੱਲ ਕੀਤੀ, ਕੋਲਬਰਗ ਦੀ ਥਿਊਰੀ ਦਾ ਨਾਮ ਕੀ ਹੈਗਾ ਜੀ? ਮੋਰਲ ਡਿਵੈਲਪਮੈਂਟ। ਇਸ ਦਾ ਜਿਹੜਾ ਕੀ ਆ ਕ੍ਰਿਟੀਕਲ, ਠੀਕ ਹੈ, ਆਲੋਚਨਾ ਕੀਤੀ ਸੀ ਕਿਹਨੇ? ਕਾਰਲ ਗਿਲੀਗਨ ਨੇ। ਕਿਉਂ ਆਲੋਚਨਾ ਕੀਤੀ ਗਈ ਸੀ? ਕਿਉਂਕਿ ਕੋਲਬਰਗ ਦੀ ਥਿਊਰੀ ਦੇ ਵਿੱਚ ਆਪਾਂ ਦੇਖਿਆ ਕਿ ਮੋਰਲ ਡਿਵੈਲਪਮੈਂਟ ਦੇ ਵਿੱਚ ਉਸਨੇ ਇੱਕ ਵਰਡ ਯੂਜ਼ ਕੀਤਾ ਸੀ ਡੈਲੇਮਾ, ਜਿਹਦੇ ਵਿੱਚ ਹੀਨਸ ਆਪਣੀ ਮਾਰ ਰਹੀ ਪਤਨੀ ਨੂੰ ਬਚਾਉਣ ਲਈ ਹਨਾ ਚੋਰੀ ਕਰਦਾ ਹੈਗਾ। ਇਸਨੇ ਕੀ ਕੀਤਾ ਕਿ ਜਦੋਂ ਡੈਲੇਮਾ ਦੇ ਉੱਪਰ ਰਿਸਰਚ ਕੀਤੀ ਕੋਲਬਰਗ ਨੇ, ਤਾਂ ਉਸਦੇ ਵਿੱਚ ਕਾਫੀ ਸਾਰੇ ਜਿਹੜੇ ਕੀ ਆ ਲੋਕਾਂ ਨੂੰ ਬੁਲਾਇਆ ਗਿਆ, ਸ਼ਾਮਿਲ ਕੀਤਾ ਗਿਆ। ਗਿਲੀਗਨ ਨੇ ਦੇਖਿਆ ਕਿ ਕੋਲਬਰਗ ਨੇ ਜਿਨ੍ਹਾਂ ਲੋਕਾਂ ਨੂੰ ਬੁਲਾਇਆ ਉਹਨਾਂ ਵਿੱਚੋਂ ਕੋਈ ਵੀ ਜਿਹੜੀ ਕੀ ਆ ਫੀਮੇਲ ਨਹੀਂ ਸੀ, ਸਾਰੇ ਮੇਲ ਸੀ। ਤਾਂ ਗਿਲੀਗਨ ਨੇ ਫਿਰ ਕੀ ਕੀਤਾ, ਇਸ ਦੀ ਥਿਊਰੀ ਦਾ ਕ੍ਰਿਟੀਸਾਈਜ਼ ਕੀਤਾ। ਉਸਨੇ ਕਿਹਾ ਕਿ ਤੂੰ ਜਿਹੜਾ ਕੀ ਆ ਜੈਂਡਰ ਬਾਇਸ ਕਰਦਾ, ਯਾਨੀ ਕਿ ਤੂੰ ਪੱਖਪਾਤ ਕਰਦਾ ਲਿੰਗ। ਠੀਕ ਹੈ, ਤੂੰ ਮੇਲ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ, ਤੇਰੇ ਇਸ ਰਿਸਰਚ ਦੇ ਵਿੱਚ ਕੋਈ ਵੀ ਫੀਮੇਲ ਸ਼ਾਮਿਲ ਨਹੀਂ ਸੀ, ਇਸੇ ਕਰਕੇ ਇਹਦੀ ਥਿਊਰੀ ਦਾ ਜਿਹੜਾ ਕ੍ਰਿਟੀਸਾਈਜ਼ ਕੀਤਾ। ਠੀਕ ਹੈ, ਹੁਣ ਆਪਾਂ ਗੱਲ ਕਰ ਲੈਂਦੇ ਕਿ ਕਾਫੀ ਸਾਰੇ ਸਟੂਡੈਂਟ ਨੂੰ ਇਹ ਨਹੀਂ ਪਤਾ ਹੋਵੇ ਕਿ ਜੈਂਡਰ ਬਾਇਸ ਕੀ ਹੁੰਦਾ। ਜੈਂਡਰ ਬਾਇਸ ਉਹ ਚੀਜ਼ ਹੁੰਦੀ ਹੈ ਜਦੋਂ ਤੁਸੀਂ ਇੱਕ ਹੀ ਚੀਜ਼ ਵੱਲ ਜ਼ਿਆਦਾ ਝੁਕਾਵ ਕਰੋ। ਮੰਨ ਲਓ ਤੁਸੀਂ ਕਲਾਸ ਦੇ ਵਿੱਚ ਐਜ਼ ਅ ਟੀਚਰ ਪੜ੍ਹਾ ਰਹੇ ਹੋ, ਠੀਕ ਹੈ, ਉੱਥੇ ਬॉयਜ਼ ਵੀ ਹੈ ਗਰਲਸ ਵੀ ਆ, ਤੁਸੀਂ ਜੇਕਰ ਮੰਨ ਲਓ ਕਿ ਇਕੱਲੇ ਗਰਲਸ ਨੂੰ ਹੀ ਪ੍ਰੈਫਰੈਂਸ ਦਿਓ ਤੇ ਬॉयਜ਼ ਨੂੰ ਦਿਓ ਹੀ ਨਾ, ਤਾਂ ਉਹ ਕੀ ਮੰਨਿਆ ਜਾਊਗਾ? ਜੈਂਡਰ ਬਾਇਸਨੈਸ ਮੰਨੀ ਜਾਊਗੀ। ਠੀਕ ਹੈ, ਕਿਸੇ ਇੱਕ ਚੀਜ਼ ਵੱਲ ਝੁਕਾ ਕਰ ਦੇਣਾ ਉਸਨੂੰ ਜੈਂਡਰ ਬਾਇਸ ਕਰਦੇ ਆ। ਇਸੇ ਕਰਕੇ ਕੋਲਬਰਗ ਦੀ ਥਿਊਰੀ ਵਿੱਚ ਸਾਰੇ ਜਿਹੜੇ ਕੀ ਆ, ਜਦੋਂ ਉਹਨੇ ਦੇਖਿਆ ਰਿਸਰਚ ਦੇ ਦੌਰਾਨ ਬੁਲਾਏ ਗਏ ਲੋਕਾਂ ਵਿੱਚੋਂ ਸਾਰੇ ਮੇਲ ਸੀ ਤੇ ਫੀਮੇਲ ਕੋਈ ਨਹੀਂ ਸੀ, ਤਾਂ ਗਿਲੀਗਨ ਨੇ ਇਹ ਸਵਾਲ ਖੜਾ ਕਰਤਾ ਕਿ ਤੂੰ ਜਿਹੜਾ ਕੀ ਹੈ ਜੈਂਡਰ ਬਾਇਸ ਕਰ ਰਹੇ। ਠੀਕ ਹੈ, ਤਾਂ ਉਹਦੀ ਜਿਹੜੀ ਥਿਊਰੀ ਦਾ ਕ੍ਰਿਟਿਸਿਜ਼ਮ ਕਰ ਦਿੱਤਾ ਗਿਆ। ਠੀਕ ਹੈ ਜੀ, ਅਗਲਾ ਨੈਕਸਟ ਕੁਐਸਚਨ ਹੈ ਹੇਠ ਲਿਖਿਆ ਹੈ ਕਿ ਉਸ ਉੱਪਰ ਬਰੂਨਰ ਨੇ ਜ਼ੋਰ ਨਹੀਂ ਦਿੱਤਾ। ਹੇਠ ਲਿਖਿਆਂ ਚੋਂ ਕਿਸਨੇ ਬਰੂਨਰ ਤੇ ਜ਼ੋਰ ਨਹੀਂ ਦਿੱਤਾ? ਵਿਚ ਆਫ ਦੀ ਫੋਲੋਇੰਗ ਨਾਟ ਫੋਕਸਡ ਬਾਈ ਬਰੂਨਰ? ਏ ਸਕੈਫੋਲਡਿੰਗ, ਬੀ ਖੋਜ ਸਿੱਖਣ ਡਿਸਕਵਰ ਲਰਨਿੰਗ, ਸੀ ਅੰਤਰਦ੍ਰਿਸ਼ਟੀ ਸਿੱਖਣ ਯਾਨੀ ਕਿ ਇਨੀਟੇਟਿਵ ਲਰਨਿੰਗ, ਜਾਂ ਡੀ ਹੈ ਜੀ ਉਪਰੋਕਤ ਕੋਈ ਨਹੀਂ। ਕੀ ਉਹ ਕੁਐਸਚਨ 'ਚ ਪੁੱਛਿਆ ਗਿਆ ਕਿਸ ਦੇ ਉੱਪਰ ਫੋਕਸ ਨਹੀਂ ਕੀਤਾ? ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ ਕਿ ਬਰੂਨਰ ਨੇ ਆਪਣੀ ਥਿਊਰੀ ਦੇ ਵਿੱਚ ਕਿਹੜੇ ਵਰਡਸ ਨੂੰ ਜਿਹੜੇ ਕੀ ਆ ਯੂਜ਼ ਕੀਤਾ। ਬਰੂਨਰ ਨੇ ਆਪਣੀ ਥਿਊਰੀ ਵਿੱਚ ਸਕੈਫੋਲਡਿੰਗ ਨੂੰ ਵੀ ਵਰਤਿਆ। ਬਰੂਨਰ ਨੇ ਕਿਹਾ ਕਿ ਬੱਚਾ ਜਿਹੜਾ ਕਿ ਡਿਸਕਵਰੀ ਲਰਨਿੰਗ ਕਰਨ ਵਾਲਾ ਹੋਣਾ ਚਾਹੀਦਾ। ਬੱਚਾ ਜਿਹੜਾ ਕੀ ਹੈ ਲਰਨਿੰਗ ਕਰੂਗਾ, ਆਪਦੀ ਅੰਤਰਦ੍ਰਿਸ਼ਟੀ ਰਾਹੀਂ ਸਿੱਖੂਗਾ। ਇਹ ਤਿੰਨੇ ਵਰਡ ਜਿਹੜੇ ਕੀ ਆ ਇਹਦੀ ਥਿਊਰੀ ਵਿੱਚ ਸ਼ਾਮਿਲ ਹੈ। ਤਾਂ ਅਸੀਂ ਕਹਿ ਸਕਦੇ ਕਿਸ ਦੇ ਉੱਪਰ ਫੋਕਸ ਨਹੀਂ ਕਰੀ ਆ, ਤਾਂ ਉਹ ਹੈਗਾ ਜੀ ਉਪਰੋਕਤ ਕੋਈ ਨਹੀਂ, ਇਸ ਦਾ ਰਾਈਟ ਆਨਸਰ। ਠੀਕ ਹੈ ਜੀ, ਅਗਲਾ ਨੈਕਸਟ ਕੁਐਸਚਨ ਬੱਚੇ ਦੁਆਰਾ ਬਿਨਾਂ ਕਿਸੇ ਦੀ ਮਦਦ, ਇੱਥੇ
ਬੱਚੇ ਦੁਆਰਾ ਬਿਨਾਂ ਕਿਸੇ ਦੀ ਮਦਦ ਤੇ ਕੀਤਾ ਕੰਮ ਉਸ ਦਾ ਕਿਹੜਾ ਪੱਧਰ ਹੈ? The task that done by child without the help of anyone known as dash level. A वास्तविक एक्चुअल लेवल होगा, B संभावित पोटेंशियल, C JPD ਜਾਂ ਪ੍ਰੋਕੀ ਸਾਰੇ all of these। ਇਸ ਦਾ ਰਾਈਟ ਆਨਸਰ ਜੇਕਰ ਆਪਾਂ ਕਹੀਏ ਉਹ ਹੋਵੇ ਜੀ JPD। ਠੀਕ ਹੈ, ਬਿਨਾਂ ਕਿਸੇ ਦੀ ਮਦਦ ਦੇ ਕੀਤਾ ਕੰਮ, ਠੀਕ ਹੈ, ਤਾਂ ਉਹ JPD ਹੋਗਾ। ਹਰ ਇੱਕ ਬੱਚੇ ਦਾ ਆਪਣਾ ਐਕਚੁਅਲ ਲੈਵਲ ਹੁੰਦਾ ਹੈ। पोटेंशियल ਲੈਵਲ ਲਈ ਉਹ ਕਿਸੇ ਦੀ ਹੈਲਪ ਲੈਂਦਾ ਹੈ। ਠੀਕ ਹੈ, ਇੱਕ ਚੀਜ਼ ਮੈਂ ਸਮਝਾ ਦਿੰਦੀ ਹਾਂ, ਹਰ ਇੱਕ ਬੱਚੇ ਦਾ ਐਕਚੁਅਲ ਲੈਵਲ ਹੁੰਦਾ, ਬੱਚੇ ਦਾ ਐਕਚੁਅਲ ਲੈਵਲ ਹੈ। ਠੀਕ ਹੈ, ਆ ਬੱਚੇ ਨੂੰ ਜਿਹੜੇ ਪੋਟੈਂਸ਼ੀਅਲ ਲੈਵਲ ਮਿਲ ਰਹੀ ਹੈ, ਠੀਕ ਹੈ, ਇਹ ਬੱਚੇ ਦਾ ਜਿਹੜਾ ਕਿ ਪੋਟੈਂਸ਼ੀਅਲ ਲੈਵਲ ਆ, ਜਿਸ ਦੇ ਰਾਹੀਂ ਬੱਚਾ ਜਿਹੜਾ ਕਿ ਕਿਸੇ ਮਦਦ ਦੇ ਨਾਲ ਕਰ ਰਿਹਾ, ਜਿਹੜੀ ਇਹ ਪੋਟੈਂਸ਼ੀਅਲ ਕੰਮ ਕਰ ਰਿਹਾ ਉਹ ਬੱਚਾ ਕਿਸੇ ਦੀ ਹੈਲਪ ਦੇ ਨਾਲ ਕਰ ਰਿਹਾ। ਠੀਕ ਹੈ, ਇਸ ਦੇ ਵਿਚਕਾਰ ਵਾਲਾ ਜਿਹੜਾ ਅੰਤਰ ਹੋਊਗਾ, ਠੀਕ ਹੈ, ਜੋ ਇਹ ਅੰਤਰ ਕਰ ਰਿਹਾ ਐਕਚੁਅਲ ਲੈਵਲ ਤੇ ਪੋਟੈਂਸ਼ੀਅਲ ਲੈਵਲ ਦੇ ਵਿਚਕਾਰ ਵਾਲੇ ਅੰਤਰ ਨੂੰ ਅਸੀਂ ਕਹਾਂਗੇ ਜੀ JPD। ਇਹਦੀ ਫੁੱਲ ਫਾਰਮ ਕੀ ਹੈ? ਜ਼ੋਨ ਆਫ ਪ੍ਰੋਕਸੀ। ਠੀਕ ਹੈ ਜੀ, ਜ਼ੋਨ ਆਫ ਪ੍ਰੋਕਸੀਮਲ, ਸੌਰੀ और इतने स्पेलिंग दोबारा पा देनी, ਜ਼ੋਨ ਆਫ, ਇਹਦੀ ਫੁੱਲ ਫਾਰਮ ਕਈ ਵਾਰ ਪੁੱਛ ਲਈ ਜਾਂਦੀ ਹੈ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਠੀਕ ਹੈ ਜੀ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਇਸ ਦਾ ਜਿਹੜੀ ਕੀ ਹੈ ਫੁੱਲ ਫਾਰਮ ਆ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਸ ਦੇ ਵਿੱਚੋਂ ਵੀ ਕੁਐਸਚਨ ਅਕਸਰ ਐਗਜ਼ਾਮ ਦੇ। ਨੈਕਸਟ ਕੁਐਸਚਨ ਹੈ, ਭਾਸ਼ਾ ਨੂੰ ਸਿੱਖਣ ਤੋਂ ਬਾਅਦ ਉਸ ਨੂੰ ਖਾਸ ਵਾਤਾਵਰਣ ਵਿੱਚ ਵਰਤਦਾ ਹੈ। ਯੂਜ਼ ਆਫ ਲੈਂਗੁਏਜ ਆਫਟਰ ਲੈਂਗੁਏਜ ਲਰਨਿੰਗ ਇਜ਼ ਸੀ ਵਿਵਹਾਰ, ਪ੍ਰੈਗਮੈਟਿਕਸ, ਬੀ ਅਰਥਬੋਧ, ਸੀਮੈਂਟਿਕਸ, ਸੀ ਸ਼ਬਦਾਂ ਦੀ ਬਣਤਰ ਸੈਨੈਟਿਕਸ, ਜਾਂ ਡੀ ਹੈ ਜੀ ਪ੍ਰੋਕਿਸ ਸਾਰੇ। ਯੂਜ਼ ਆਫ ਲੈਂਗੁਏਜ ਆਫਟਰ ਲੈਂਗੁਏਜ ਇਜ਼ ਲਰਨਿੰਗ, ਠੀਕ ਹੈ, ਜਦੋਂ ਬੱਚਾ ਇੱਕ ਭਾਸ਼ਾ ਸਿੱਖਣ ਤੋਂ ਬਾਅਦ ਖਾਸ ਵਾਤਾਵਰਣ ਵਿੱਚ ਉਸਨੂੰ ਸਿੱਖਦਾ ਹੈਗਾ ਤਾਂ ਇਸ ਦਾ ਰਾਈਟ ਆਨਸਰ ਬਣਦਾ ਹੈ ਜੀ ਵਿਵਹਾਰ, ਪ੍ਰੈਗਮੈਟਿਕਸ। ਪ੍ਰੈਗਮੈਟਿਕਸ ਕੀ ਹੁੰਦਾ ਹੈ? ਜਦੋਂ ਬੱਚੇ ਨੂੰ ਇਹ ਨੌਲੇਜ ਹੋ ਜੇ ਕਿੱਥੇ ਕਿਹੜੀ ਲੈਂਗੁਏਜ ਕਿਵੇਂ ਯੂਜ਼ ਕਰਨੀ ਹੈ, ਉਹਨੂੰ ਲੈਂਗੁਏਜ ਯੂਜ਼ ਕਰਨ ਦੇ ਬਾਰੇ ਪਤਾ ਲੱਗ ਜੇ। ਠੀਕ ਹੈ, ਜੇਕਰ ਆਪਾਂ ਸੀਮੈਂਟਿਕਸ ਦੀ ਗੱਲ ਕਰੀਏ, ਜਿਵੇਂ ਅਰਥ ਬੋਧ ਕਰਨਾ, ਇੱਕ ਲਾਈਨ ਦੇ ਦਿੱਤੀ ਜਾਵੇ ਬੱਚੇ ਨੂੰ, ਇੱਕ ਲਾਈਨ ਦੇ ਵਿੱਚ ਜਿੰਨੇ ਵੀ ਅੱਖਰ ਹੋਣਗੇ ਬੱਚੇ ਨੂੰ ਉਸ ਅੱਖਰਾਂ ਦੇ ਅਰਥ ਪਤਾ ਹੋਣਗੇ, ਉਹਨੂੰ ਕਹਿੰਦੇ ਜੀ ਸਿਮੈਂਟਿਕ। ਠੀਕ ਹੈ, ਸੈਂਟੈਕਸ ਕੀ ਹੁੰਦਾ ਹੈ? ਪੂਰੀ ਗ੍ਰਾਮਰ ਦੇ ਮਹਾਰਤ ਹਾਸਲ ਕਰ ਲੈਣੀ। ਠੀਕ ਹੈ, ਨਿਯਮਾਂ ਬਾਰੇ ਪਤਾ ਹੋਣਾ ਚਾਹੀਦਾ। ਜਿਵੇਂ ਫੋਰ ਐਗਜ਼ਾਮਪਲ ਜੇਕਰ ਆਪਾਂ ਕਹੀਏ they attend the class, ਠੀਕ ਹੈ, they attend the class ਯਾਨੀ ਕਿ ਉਹ ਕਲਾਸ ਅਟੈਂਡ ਕਰ ਰਹੇ। ਹੁਣ ਉੱਥੇ ਉਹਨਾਂ ਨੂੰ ਪਤਾ ਹੈ ਕੀ ਹੈ ਕਿ ਇਹ ਆਪਣਾ ਜਿਹੜਾ ਕੀ ਹੈ ਆਪਾਂ ਕਹਿ ਸਕਦੇ ਹਾਂ ਸਬਜੈਕਟ ਹੈ। ਠੀਕ ਹੈ, ਇਹ ਵਰਬ ਆ, ਇਹ ਜਿਹੜੀ ਕਿ ਸਾਡੀ ਆਬਜੈਕਟ ਆ। ਬੱਚੇ ਨੂੰ ਸਬਜੈਕਟ ਪਲੱਸ ਵਰਬ ਆਬਜੈਕਟ ਦੀ ਨੌਲੇਜ ਹੈ ਤਾਂ ਉਹ ਕੀ ਹੋ ਗਿਆ ਸੈਂਟੈਕਸ। ਇੱਥੋਂ ਜਿਹੜਾ ਕੀ ਹੈ ਪਤਾ ਲੱਗ ਜਾਂਦਾ ਹੈਗਾ ਕਿ ਬੱਚੇ ਨੂੰ ਸਾਰੇ ਨਿਯਮ ਸਾਰੇ ਗ੍ਰਾਮਰ ਆ ਗਏ ਆ। ਤਾਂ ਹੁਣ ਤੁਹਾਨੂੰ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਕਿ ਬੱਚੇ ਨੂੰ ਸਿੱਖਣ ਤੋਂ ਬਾਅਦ ਜੇਕਰ ਕੋਈ ਖਾਸ ਵਾਤਾਵਰਨ ਵਿੱਚ ਵਰਤਦਾ ਹੈ ਉਹਨੂੰ ਪ੍ਰੈਗਮੈਟਿਕਸ ਕਹਿੰਦੇ ਆ। ਕਿਸੇ ਵੀ ਖਾਸ ਵਾਤਾਵਰਨ ਹੋਵੇ ਕੋਈ ਵੀ ਹੋਵੇ ਹਰ ਇੱਕ ਤਰੀਕੇ ਨਾਲ ਉਹਨੂੰ ਨੌਲੇਜ ਹੁੰਦੀ ਹੈ ਕਿ ਮੈਂ ਕਿਸੇ ਚੀਜ਼ ਨੂੰ ਕਿਵੇਂ ਕਰਨਾ। ਸਿਮੈਂਟਿਕ ਕੀ ਹੁੰਦਾ? ਅਰਥਾਂ ਦਾ ਜਿਹੜਾ ਕੀ ਆ ਬੋਧ ਹੋਣਾ, ਉਸ ਚੀਜ਼ ਦੇ ਵਰਡ ਦੀ ਮੀਨਿੰਗ ਪਤਾ ਹੋਣੇ ਚਾਹੀਦੇ। ਸ਼ਬਦਾਂ ਦੀ ਬਣਤਰ ਸਾਇੰਟੈਕਸ ਕੀ ਕਹਿੰਦੇ ਆ, ਜਿਸ ਵਿੱਚ ਉਸਨੂੰ ਨਿਯਮ ਸਾਰੇ ਪਤਾ ਹੋਣੇ ਚਾਹੀਦੇ ਆ ਕਿ ਨਿਯਮ ਦੇ ਅਕੋਰਡਿੰਗ ਕਿਵੇਂ ਜਿਹੜਾ ਕੀ ਆ ਸੈਂਟੈਂਸ ਬਣੂਗਾ, ਕਿਸ ਤਰੀਕੇ ਨਾਲ ਪੂਰਾ ਵਾਕ ਬਣੂ। ਠੀਕ ਹੈ ਜੀ, ਅਗਲਾ ਨੈਕਸਟ ਕੁਐਸਚਨ ਹੈ ਵੈਗੋਸਕੀ ਅਨੁਸਾਰ ਬੱਚਾ ਸਿੱਖਦਾ ਹੈ। ਅਕੋਰਡਿੰਗ ਟੂ ਵੈਗੋਸਕੀ ਚਿਲਡਰਨ ਲਰਨ ਏ ਪਰਪੱਕਤਾ ਰਾਹੀਂ ਬਾਈ ਮੈਚੂਰੇਸ਼ਨ, ਬੀ ਪੁਨਰਬਲ ਕਰਨ ਤੇ ਵੈਨ ਰੇਨਫੋਰਸਮੈਂਟ ਇਜ਼ ਆਫਰਡ, ਸੀ ਹੈ ਨਕਲ ਰਾਹੀਂ ਬਾਈ ਇਮੀਟੇਸ਼ਨ, ਡੀ ਹੈ ਬਾਲਗ ਅਤੇ ਸਾਥੀ ਨਾਲ ਅੰਤਰ ਕਿਰਿਆ ਕਰ। ਦੇਖੋ ਮੈਚੂਰੇਸ਼ਨ ਦੀ ਗੱਲ ਵੈਗੋਸਕੀ ਨੇ ਆਪਣੀ ਥਿਊਰੀ ਵਿੱਚ ਨਹੀਂ ਗਈ। ਰੀਇਨਫੋਰਸਮੈਂਟ ਬਾਰੇ ਤਾਂ ਬਿਲਕੁਲ ਹੀ ਨਹੀਂ ਗੱਲ ਕੀਤੀ, ਉਹ ਆਪਾਂ ਨੂੰ ਪਤਾ ਹੈਗਾ ਸਕਿਨਰ ਵਰਗੇ ਹਨਾ, ਤੇ ਉਹਨਾਂ ਦੀਆਂ ਥਿਊਰੀਆਂ ਲਰਨਿੰਗ ਵਾਲੀ ਥਿਊਰੀਆਂ ਵਿੱਚ ਇਹ ਗੱਲ ਕੀਤੀ ਗਈ। ਇਮੀਟੇਸ਼ਨ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ। ਤਾਂ ਇਸ ਦਾ ਰਾਈਟ ਆਨਸਰ ਹੈਗਾ ਜੀ ਬਾਈ ਇੰਟਰੈਕਟਿੰਗ ਅਡਲਟ ਐਂਡ ਪੀਅਰ, ਸਮਾਜਿਕ ਅੰਤਰ ਕਿਰਿਆ ਜਾਂ ਬਾਲਗ ਆਪਣੇ ਸਾਥੀਆਂ ਨਾਲ ਅੰਤਰ ਕਿਰਿਆ ਕਰਕੇ ਹੀ ਜਿਹੜਾ ਕੀ ਆ ਸਿੱਖਦੇ। ਨੈਕਸਟ ਜੋ ਕਿ ਅੱਜ ਦਾ ਆਪਣਾ ਲਾਸਟ ਕੁਐਸਚਨ ਸੀ, ਵੈਗੋਸਕੀ ਦਾ ਸਿਧਾਂਤ ਵਿਕਾਸ ਦੇ ਕਿਸ ਪੱਖ ਨੂੰ ਸ਼ਾਮਿਲ ਨਹੀਂ ਕਰਦਾ? ਇਨ ਵੈਗੋਸਕੀਜ਼ ਥਿਊਰੀ ਵਿਚ ਐਸਪੈਕਟ ਆਫ ਡਿਵੈਲਪਮੈਂਟ ਗੈਟਸ ਨੈਗਲੈਕਟਡ। ਠੀਕ ਹੈ,
ਦੇਖੋ ਇੱਥੇ ਜਿਹੜਾ ਕਿ ਨੈਗਲੈਕਟਡ ਵਰਡ ਯੂਜ਼ ਕੀਤਾ ਗਿਆ ਤੇ ਪੰਜਾਬੀ ਵਿੱਚ ਨਹੀਂ ਵਰਡ ਯੂਜ਼ ਕੀਤਾ ਗਿਆ, ਤਾਂ ਇਹੋ ਜਿਹੇ ਕਈ ਵਾਰ ਸਿਨੋਨੀਅਮ ਵੀ ਯੂਜ਼ ਕਰ ਲਿੱਤੇ ਜਾਂਦੇ ਆ, ਤੇ ਇਹ ਚੀਜ਼ ਨੂੰ ਤੁਸੀਂ ਜ਼ਰੂਰ ਧਿਆਨ ਰੱਖਣਾ। ਠੀਕ ਹੈ, ਇਹ ਹੈ ਜੀ ਸਮਾਜ ਯਾਨੀ ਕਿ ਸੁਸਾਇਟੀ, ਬੀ ਹੈ ਸੱਭਿਆਚਾਰ ਕਲਚਰ, ਸੀ ਹੈ ਬਾਇਓਲੋਜੀਕਲ, ਡੀ ਹੈ ਜੀ ਭਾਸ਼ਾਈ ਲਿੰਗੁਇਸਟਿਕ। ਆਪਾਂ ਨੂੰ ਪਤਾ ਹੈ ਵੈਗੋਸਕੀ ਦੀ ਥਿਊਰੀ ਦੇ ਵਿੱਚ, ਠੀਕ ਹੈ, 3 ਚੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਹਨੂੰ ਸੋਸ਼ਲ, ਕਲਚਰ ਨੂੰ, ਠੀਕ ਹੈ, ਪਲੱਸ ਹੋਰ ਕੀ ਕੀਤਾ ਗਿਆ ਸੀਗਾ, ਲੈਂਗੁਏਜ। ਇਹ ਆਪਾਂ ਨੂੰ ਤਿੰਨੇ ਵਰਡ ਪਤਾ, ਜਿਹਨੂੰ ਮੈਂ ਸ਼ਾਰਟ ਦੇ ਵਿੱਚ ਦੱਸਿਆ ਸੀ S+C+L, ਤੁਸੀਂ ਇਹ ਚੀਜ਼ ਯਾਦ ਕਰ ਸਕਦੇ। ਤਾਂ ਇਹਦੇ ਵਿੱਚ ਦੇਖੋ ਸੁਸਾਇਟੀ ਵੀ ਹੈ, ਕਲਚਰ ਵੀ ਹੈ, ਲਿੰਗੁਇਸਟਿਕ ਵੀ ਹੈ, ਬਾਇਓਲੋਜੀਕਲ ਨੂੰ ਨਹੀਂ ਕਰਦਾ, ਤੇ ਇਸ ਦਾ ਰਾਈਟ ਆਨਸਰ ਹੈ, ਕਿਉਂਕਿ ਉਸਨੇ ਕਿਹਾ ਕਿਸ ਪੱਖ ਨੂੰ ਸ਼ਾਮਿਲ ਨਹੀਂ ਕਰਦਾ, ਕਿਸ ਚੀਜ਼ ਨੂੰ ਨੈਗਲੈਕਟ ਕੀਤਾ ਗਿਆ, ਤਾਂ ਉਹ ਹੈਗਾ ਜੀ ਬਾਇਓਲੋਜੀਕਲ, ਇਸ ਦਾ ਰਾਈਟ ਆਨਸਰ ਹੈ। ਤਾਂ ਅੱਜ ਆਪਾਂ ਕੁਝ ਡਿਸਕਸ ਕੀਤੇ ਆ ਜੀ 15 ਕੁਐਸਚਨ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ। ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।